ईवीएम ਮਸ਼ੀਨਾਂ ਰਾਹੀਂ ਜਿਹਦੀ ਮਰਜ਼ੀ ਸਰਕਾਰ ਬਣਾ ਲਓ, ਜਿਹਦੇ ਮਰਜ਼ੀ ਵੋਟਾਂ ਦਾ। ईवीएम ਨੂੰ ਨਾਰਮਲੀ ਕੀ ਸਮਝਦੇ ਹਨ, ਇਹ ਕੋਈ ਮੋਬਾਈਲ ਨੁਮਾ ਇਨਸਟਰੂਮੈਂਟ ਸਮਝਦੇ ਹਨ, ਲੇਕਿਨ ਬਿਲਕੁਲ ਹੀ ਗਲਤ ਧਾਰਨਾ ਹੈ। ਤੁਸੀਂ ਇਹਦੇ ਲਈ ਕੀ ਪ੍ਰਬੰਧ ਕੀਤੇ ਨੇ ਕਿ ਇਸ ਵਾਰੀ ਪੰਜਾਬ ਦਾ ਵੋਟਰ ਬੇਖੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ? डीसी भी होगा, कोई एसडीएम होगा, कोई भी होगा, इलेक्शन के सामने सब लोग छोटा है। साडा तैयारियां मुकम्मल ਜੀ रिपीट करना, साडा तैयारियां मुकम्मल। तुसी वोटर बनो, वोटर बनने तो थोड़ा इंपॉर्टेंस बहुत वध जूगा, हरेक बंदा तुहानू सलाम मारेगा। ਤੇ ਉਹਨਾਂ ਲਈ ਤੁਸੀਂ ਐਨਆਰਆਈਜ਼ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਵੀ ਉਹ ਵੋਟ ਕਿਵੇਂ ਬਣਾ ਸਕਦੇ ਨੇ ਉੱਥੇ ਬੈਠ ਕੇ? ਚੋਣ ਇੱਕ ਫੈਸਟੀਵਲ ਹੈ ਇੰਡੀਆ ਦੇ ਵਿੱਚ, ਇਸ ਨੂੰ ਅਸੀਂ ਕਹਿੰਦੇ ਹਾਂ ਮਹਾ ਤਿਉਹਾਰ। ਇਸ ਮਹਾ ਤਿਉਹਾਰ ਦੇ ਵਿੱਚ ਤੁਸੀਂ ਜ਼ਰੂਰ ਆਉਣਾ ਚਾਹੀਦਾ। ਜਿਸ ਦਿਨ ਚੋਣ ਹੁੰਦਾ ਹੈ ਲਗਭਗ 2.5 ਲੱਖ ਕਰਮਚਾਰੀ ਕੰਮ ਕਰਦਾ ਹੈ ਇੱਕ ਹੀ ਦਿਨ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਉਹਨਾਂ ਦਾ ਕ੍ਰਿਮੀਨਲ ਚਾਰजेस ਜਿਹੜੇ ਵੀ ਹੈ ਉਸ ਨੂੰ ਲੋਕਾਂ ਤੱਕ ਜਾਣਕਾਰੀ ਦੇਣ ਲਈ ਉਹ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਦਾ ਰਾਹੀਂ 3 ਵਾਰ ਉਹ ਅਖਬਾਰ ਦੇ ਵਿੱਚ ਦੇਣਾ ਲਾਜ਼ਮੀ ਹੈ। जागरूकता साडा बहुत इम्पॉर्टेंट एक पार्ट है, क्योंकि जागरूकता के बिना एक वोटर नहीं बनेगा और बिना जागरूकता वोट पाने वास्ते नहीं जाएगा। इस पूरा काम घरे च बह के तुसी कर सकते हो, वोटर बन सकते हो। इस तो पहले दफ्तर जाने की लोड़ पैंदी सी BLO, हुण तुसी कित्थे भी जाने की लोड़ नहीं है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ 2022 ਦੀਆਂ ਚੋਣਾਂ ਦੀ ਅਹਿਮ ਜ਼ਿੰਮੇਵਾਰੀ ਰਹੂਗੀ। 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਚੋਣਾਂ ਨੂੰ ਲੈ ਕੇ ਹੁਣੇ ਤੋਂ ਮਾਹੌਲ ਹੈ ਜਿਹੜਾ ਉਹ ਭਖਣਾ ਸ਼ੁਰੂ ਹੋ ਗਿਆ ਹੈ। ਚੋਣਾਂ ਦੇ ਪ੍ਰਬੰਧਾਂ ਨੂੰ ਕਿਸ ਤਰ੍ਹਾਂ ਉਹ ਕਰ ਰਹੇ ਨੇ ਤੇ ਕਿਸ ਤਰ੍ਹਾਂ ਉਹ ਦੇਖ ਰਹੇ ਨੇ, ਇਹਨਾਂ ਦੇ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਕਰੁਣਾ ਰਾਜੂ ਹੋਰਾਂ ਦੇ ਨਾਲ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ ਪ੍ਰਾਈਮ ਏਸ਼ੀਆ ਦੇ ਉੱਤੇ। ਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਹ ਨਵੇਂ ਵੋਟਰਾਂ ਨੂੰ ਵੋਟਾਂ ਬਣਾਉਣ ਦੇ ਵਿੱਚ ਯੂਥ ਨੂੰ ਕਿਵੇਂ ਪ੍ਰੇਰਿਤ ਕਰ ਰਹੇ ਨੇ, ਕਿਸ ਤਰ੍ਹਾਂ ਉਤਸ਼ਾਹ ਕਰ ਰਹੇ ਨੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਉਹ ਤਿਆਰੀਆਂ 20 ਚੋਣਾਂ ਦੇ ਲਈ ਹੁਣੇ ਤੋਂ ਵਿੱਢੀਆਂ ਹੋਈਆਂ ਨੇ ਉਹਨਾਂ ਨੇ ਤੇ ਨਾਲ। ਡਾਕਟਰ ਸਾਹਿਬ, ਪੰਜਾਬ ਦੇ 117 ਹਲਕੇ ਨੇ ਜੀ, 117 ਹਲਕਿਆਂ ਦਾ ਪ੍ਰਬੰਧ ਕਰਨਾ ਚੋਣਾਂ ਦਾ, ਕਿਸ ਤਰ੍ਹਾਂ ਤੁਸੀਂ ਇਹਨੂੰ ਵੇਖਦੇ ਹੋ ਜੀ? ਤੇ ਕਿਸ ਤਰ੍ਹਾਂ ਇਸ ਵਾਰੀ ਤੁਸੀਂ ਨਵੇਂ ਤਕਨੀਕ ਦੇ ਨਾਲ ਪਿਛਲੀਆਂ ਚੋਣਾਂ ਦੇ ਤਜਰਬੇ ਤੋਂ ਦੇਖਦੇ ਹੋਏ ਕਿਸ ਤਰ੍ਹਾਂ ਦੇ ਪ੍ਰਬੰਧ ਤੁਸੀਂ ਕਰਨ ਜਾ ਰਹੇ ਹੋ? ਸਭ ਤੋਂ ਪਹਿਲੇ ਤੁਹਾਨੂੰ ਸਤਿ ਸ੍ਰੀ ਅਕਾਲ ਔਰ ਤੁਹਾਡੇ ਸਾਰੀਆਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਕਿਉਂਕਿ ਹੁਣ ਅਸੀਂ 2022 ਅਸੈਂਬਲੀ ਚੋਣ ਦੀ ਨੇੜੇ ਜਾ ਰਹੇ ਹਾਂ। ਇਹ ਬਹੁਤ ਵੱਡਾ ਇੱਕ ਜਮਹੂਰੀਅਤ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਬਹੁਤ ਵੱਡਾ ਕੰਮ ਹੈ ਔਰ ਸਾਡੇ ਦਫ਼ਤਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ ਵੀ ਦਿੱਲੀ ਪੱਧਰ 'ਤੇ ਹੈ, ਨੈਸ਼ਨਲ ਪੱਧਰ 'ਤੇ ਹੈ, ਉਸ 'ਤੇ ਨੇ ਹੇਠਲੇ ਪੱਧਰ 'ਤੇ ਸਟੇਟ ਦੇ ਵਿੱਚ ਇਹ ਮੁੱਖ ਚੋਣ ਅਫਸਰ, ਜੇ ਪੰਜਾਬੀ ਵਿੱਚ ਅਸੀਂ ਕਹਿੰਦੇ ਨੇ ਚੀਫ ਇਲੈਕਟੋਰਲ ਆਫਿਸਰ, ਇਹ ਦਫ਼ਤਰ ਦੀ ਬਣਤਰ ਹੈ। ਉਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਸਾਡਾ DEO ਸਾਹਿਬਾਨ, ਜਿਸ ਨੂੰ ਅਸੀਂ ਨਾਰਮਲੀ DC ਕਹਿੰਦੇ ਨੇ, ਇਹ DC ਸਾਹਿਬਾਨ, SDM ਸਾਹਿਬਾਨ, ਇਸ ਤਰੀਕੇ ਆਪਣਾ ਬਹੁਤ ਵੱਡਾ ਇੱਕ ਬਣਤਰ ਚੋਣ ਤਿਆਰੀਆਂ ਔਰ ਚੋਣ ਕਰਵਾਉਣਾ, ਰਿਜ਼ਲਟ ਡਿਕਲੇਅਰ ਕਰਨਾ, ਵੋਟਰਸ ਨੂੰ ਬਣਾਉਣਾ, ਇਹ ਬਹੁਤ ਵੱਡਾ ਇੱਕ ਕੰਮ ਦੇ ਵਿੱਚ ਲੱਗੇ ਹੋਏ ਨੇ। ਜਿਵੇਂ ਤੁਸੀਂ ਪੁੱਛਿਆ ਸੀ ਮੈਨੂੰ 2017 ਦੀ ਇਲੈਕਸ਼ਨ ਤੋਂ ਬਾਅਦ ਹੁਣ ਕਿਵੇਂ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ। ਹੁਣ ਜਿਹੜੇ ਵੀ ਪ੍ਰੋਸੈਸ ਦੇ ਵਿੱਚ ਅਸੀਂ ਹਾਂ, ਇਸ ਪ੍ਰੋਸੈਸ ਹੈ ਸਪੈਸ਼ਲ ਸਮਰੀ ਰਿਵੀਜ਼ਨ। ਜਿਹੜੇ ਵੀ ਅਸੀਂ ਚੋਣ ਦੇ ਜਾਂਦੇ ਹਾਂ, ਚੋਣ ਦੇ ਵਿੱਚ ਕਰਾਉਣ ਵਿੱਚ ਵੋਟਰਸ ਨੂੰ ਪੂਰਾ, ਜਿੰਨੇ ਵੀ ਵੋਟਰ ਸਾਹਿਬਾਨ ਜਿਹੜੇ ਵੀ ਵੋਟਰ ਦੀ ਉਮਰ 18 ਸਾਲ ਤੋਂ ਉੱਪਰ ਹੋ ਗਿਆ ਹੈ, ਉਹਨਾਂ ਨੂੰ ਅਸੀਂ
ਇਲੈਕਟੋਰਲ ਰੋਲ ਦੇ ਵਿੱਚ ਇੰਕਲੂਡ ਕਰਨਾ ਹੈ। ਜਿਵੇਂ ਇੱਕ ਵਿਅਕਤੀ ਉਹਨਾਂ ਦਾ ਉਮਰ 18 ਸਾਲ ਹੋ ਗਿਆ, ਹਰ ਇੱਕ ਸਾਲ ਇੱਕ ਸਪੈਸ਼ਲ ਸਮਰੀ ਰਿਵੀਜ਼ਨ ਦਾ ਕਾਰਵਾਈ ਹੁੰਦਾ ਹੈ। ਇਸ ਦਾ ਇੱਕ ਤय ਮਿਤੀ ਹੁੰਦਾ ਹੈ, ਇਹ 1/1/2022 ਇਸ ਸਾਲ ਦੀ ਤय ਮਿਤੀ ਹੈ। ਉਸ ਮਿਤੀ ਤੱਕ ਕੋਈ ਵੀ ਵਿਅਕਤੀ 18 ਸਾਲ ਹੋ ਜਾਂਦਾ ਹੈ, ਉਹਨਾਂ ਨੂੰ ਅਸੀਂ ਇਲੈਕਟੋਰਲ ਰੋਲ ਦੇ ਵਿੱਚ ਲੈ ਕੇ ਇੱਕ ਵੋਟਰ ਬਣਾਉਣਾ ਹੈ। ਇਸ ਨੂੰ ਅਸੀਂ ਪਿਆਰ ਸੇ ਕਹਿੰਦੇ ਹਨ ਨਵਾਂ ਵੋਟਰ। ਇਸ ਤੋਂ ਇਲਾਵਾ ਜਿੰਨੇ ਵੀ 18 ਸਾਲ ਤੋਂ ਉੱਪਰ ਕਾਫੀ ਸਾਰੇ ਵੈਰਾਈਟੀਜ਼ ਆਫ ਵੋਟਰਸ ਨੇ, ਯੰਗ ਵੋਟਰਸ, ਵਿਮਨ ਵੋਟਰਸ, NRI ਵੋਟਰਸ, ਜਿਹੜੇ ਵੀ ਵੋਟਰਸ ਸਾਡਾ ਇੱਥੇ ਉਹਨਾਂ ਦਾ ਪਾਸਪੋਰਟ ਹੈ ਲੇਕਿਨ ਕਈ ਕਾਰਨਵਸ਼ ਨੌਕਰੀ, ਬਿਜ਼ਨਸ, ਪੜ੍ਹਨ ਵਾਸਤੇ ਇਸ ਤਰੀਕਾ ਵਿਦੇਸ਼ਾਂ ਦੇ ਵਿੱਚ ਜਾ ਕੇ ਰਹਿ ਰਹੇ, ਉਹਨਾਂ ਨੂੰ ਅਸੀਂ NRI ਵੋਟਰ ਕਹਿੰਦੇ ਨੇ। ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਇੱਕ ਟਰਾਂਸਜੈਂਡਰ ਵੋਟਰਸ ਵੀ ਹੈ ਸਾਡੇ ਸਮਾਜ ਦੇ ਵਿੱਚ, ਔਰ ਵਿਮਨ ਵੋਟਰਸ ਹੈ, ਪਰਸਨਸ ਵਿਦ ਡਿਜ਼ੇਬਿਲਿਟੀਜ਼ ਜਿਹੜੇ ਵੀ ਅਸੀਂ ਦਿਵਿਆਂਗ ਵੋਟਰ ਕਹਿੰਦੇ ਨੇ ਉਹਨਾਂ ਨੂੰ। ਇਹ भी अपना साड़ा बहुत बड़ा इम्पॉर्टेंट हिस्सा है साड़ा डेमोक्रेसी का। और इस तरीके कई सारे वोटर्स ने, बहुत इंपॉर्टेंट इसमें और एक है सर्विस वोटर्स ने, ਜਿਹੜੇ ਵੀ ਸਾਡਾ 에ਅਰਫੋਰਸ, ਨੇਵੀ, ਆਰਮੀ ਔਰ ਵਿਦੇਸ਼ਾਂ ਦੇ ਵਿੱਚ ਸਾਡਾ ਐਮਬਸੀਸ ਹੈ, ਇੱਥੇ ਜਿਹੜੇ ਵੀ ਨੌਕਰੀ ਕਰ ਰਹੇ, ਇਹ ਸਾਰਿਆਂ ਨੂੰ ਅਸੀਂ ਸਰਵਿਸ ਵੋਟਰਸ ਕਹਿੰਦੇ ਨੇ। ਇਸ ਤਰੀਕਾ ਵੋਟਰਸ ਦਾ ਹੀ ਵੱਖ-ਵੱਖ ਵੈਰਾਈਟੀਜ਼ ਨੇ। ਇਹਨਾਂ ਜ਼ਿਆਦਾ ਲੋਕਾਂ ਨੂੰ ਅਸੀਂ ਕੰਟੈਕਟ ਵੀ ਕਰਨਾ है और उन्होंने वोटर्स बनाने की तरीका हुण चल रहा है। इसका नाम है स्पेशल समरी रिवीजन, विशेष सुधाई अभियान अभी चल रहा है। अभी ये कार्यक्रम चलेगा और 2 महीने चलेगा, क्योंकि 1 तारीख तो असी नवंबर 1 तारीख को असी ड्राफ्ट रोल पब्लिश करने जा रहे हैं और उसके बाद इसका कंप्लेंट्स आवेगा, उसका कंप्लेंट्स का निपटारा होवेगा, एक कानूनी प्रक्रिया, ये सारे काम करेंगे। ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਵੋਟਰ ਸੁਧਾਈ ਦਾ ਕੰਮ ਚੱਲ ਰਿਹਾ ਹਜੇ ਪੰਜਾਬ ਦੇ ਵਿੱਚ, ਜਿਹੜੀਆਂ ਵੋਟਾਂ ਦੀ ਗਿਣਤੀ ਟੋਟਲ ਪੰਜਾਬ ਦੇ ਵਿੱਚ ਕਿੰਨੇ ਵੋਟਰ ਨੇ, ਤੇ ਹੁਣ ਤੱਕ ਇਸ ਵਾਰੀ ਜਿਹੜੀਆਂ ਤੁਸੀਂ ਹੁਣ ਤੱਕ ਵੋਟਾਂ ਬਣੀਆਂ ਨੇ ਉਹਦੇ ਵਿੱਚ ਕਿੰਨੇ ਪ੍ਰਤੀਸ਼ਤ ਯੂਥ ਨੇ, ਨਵਾਂ ਯੂਥ ਦਾ ਰੁਝਾਨ ਆਇਆ, ਕਿੰਨੇ ਪ੍ਰਤੀਸ਼ਤ ਯੂਥ ਵੋਟਰ ਨੇ, ਯੰਗ ਵੋਟਰ ਨੇ, ਨੌਜਵਾਨ ਵੋਟਰ ਨੇ, ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਸਾਡਾ ਸਟੇਟ ਦੇ ਵਿੱਚ ਟੋਟਲ 117 ਅਸੈਂਬਲੀ ਹਲਕੇ ਹਨ ਜੀ। ਇਹਦੇ ਵਿੱਚ 34 ਹਲਕੇ ਹੈ ਰਿਜ਼ਰਵਡ ਹਲਕੇ ਨੇ। ਵੋਟਰਸ ਦੀ ਗਿਣਤੀ ਹੈ ਸਾਡਾ ਸਟੇਟ ਦੀ 2,09,00,000 ਦੀ ਵੋਟਰਸ ਨੇ। ਹੁਣ ਇਹ ਸੰਖਿਆ ਵੱਧ ਜੂਗਾ ਕੁਛ, ਕਿਉਂਕਿ ਇਸ ਵਾਰ ਸਾਡੇ ਕੋਲ 10 ਲੱਖ ਦੇ ਉੱਤੇ ਫਾਰਮ ਆਏ ਹੋਏ ਨੇ। ਹੁਣ ਫਾਰਮ ਦੀ ਕਲੈਕਸ਼ਨ ਚੱਲ ਰਿਹਾ। ਆਪਣਾ ਫਾਰਮ ਨੰਬਰ 6 ਇਹਦੇ 'ਤੇ ਇਸ ਫਾਰਮ ਨੂੰ ਵਰਤਦੇ ਹੋਏ ਨਵਾਂ ਵੋਟਰ ਨੂੰ ਅਸੀਂ ਬਣਾਵਾਂਗੇ, ਔਰ ਫਾਰਮ 6A ਇਸ ਦੀ ਰਾਹੀਂ NRI ਵੋਟਰਸ ਨੂੰ ਬਣਾਵਾਂਗੇ, ਔਰ ਉਸ ਤੋਂ ਬਾਅਦ ਫਾਰਮ ਨੰਬਰ 7 ਜਿਹੜੇ ਵੀ ਵਿਅਕਤੀ ਦਾ ਡੈਥ ਹੋ ਗਿਆ ਹੈ, ਇਸ ਦੁਨੀਆ 'ਚ ਨਹੀਂ ਹੈ, ਉਹਨਾਂ ਦਾ ਫਿਰ ਨਾਮ ਕੱਟਣਾ ਵੀ ਪੈਂਦਾ ਹੈ, ਜਾਂ ਕੋਈ ਵੀ ਵੋਟਰ ਟ੍ਰਾਂਸਫਰ ਹੋ ਕੇ ਕੋਈ ਦੂਸਰੀ ਸਟੇਟ 'ਚ ਚਲੇ ਗਿਆ ਜਾਂ ਹੋਰ ਕੋਈ ਹਲਕਾ ਵਿੱਚ ਚਲੇ ਗਿਆ, ਉਹਨਾਂ ਨੂੰ ਇਸ ਹਲਕੇ ਤੋਂ ਉਹਨਾਂ ਦਾ ਨਾਂ ਕੱਟਣੀ ਹੈ। ਉਹ ਫਾਰਮ ਨੰਬਰ 7 ਹੈ। ਔਰ ਫਾਰਮ ਨੰਬਰ 8 ਇਹਦੇ ਵਿੱਚ ਕੋਈ ਐਡਰੈਸ ਬਦਲਣਾ ਹੈ, ਕੋਈ ਨਾਂ ਦੇ ਵਿੱਚ ਕੋਈ ਕਰੈਕਸ਼ਨਸ ਕਰਨਾ ਹੈ, ਇਸ ਤਰੀਕਾ ਜਿਹੜੇ ਵੀ ਕੰਮ ਕਰਨਾ ਹੈ ਫਾਰਮ ਨੰਬਰ 8 ਨੇ। ਔਰ 8A एक फार्म है, ਇਹਦੇ ਵਿੱਚ एक ही हल्के ਦੇ ਵਿੱਚ एक गांव से दूसरी गांव, एक पिंड तो दूसरे पिंड चले गया है, एक पार्ट तो दूसरी पार्ट चले गए, उसਨੂੰ फार्म 8A भरना है। अगर मान लीजिए आपकी कार्ड गुम गया है या कोई नवा कार्ड लेना है तो उसी फार्म 001 भर के फिर तुसी कार्ड ले सकते हैं। ये फार्म भरन दी तरीका है, क्योंकि इस दी बारे में लोगों ਨੂੰ निरंतर ਲਗਾਤਾਰ ਅਵੇਅਰ ਕਰਨ ਦੀ ਕਾਰਵਾਈ ਇਲੈਕਸ਼ਨ ਕਮਿਸ਼ਨ ਵੱਲੋਂ, ਸਾਡਾ CO ਦਫ਼ਤਰ ਵੱਲੋਂ, DC ਦਫ਼ਤਰ ਵੱਲੋਂ, ERO ਜਿਹੜੇ ਵੀ ਸਾਡਾ SDM ਸਾਹਿਬਾਨ, ਉਸ ਹੇਠਲੇ ਪੱਧਰ 'ਤੇ ਬਹੁਤ ਇੰਪੋਰਟੈਂਟ ਸਾਡਾ ਇੱਕ ਅਫਸਰ ਹੈ, ਉਹਨਾਂ ਦਾ ਨਾਮ ਹੈ BLO, ਬੂਥ ਲੈਵਲ ਅਫਸਰ। ਖਾਸ ਕਰਕੇ ਇਹਦੇ ਵਿੱਚ ਟੀਚਿੰਗ ਸਟਾਫ ਕਾਫੀ ਮਾਤਰਾ में लगे ਹੁੰਦੇ हैं। ਇਹ ਬਹੁਤ ਬੜਾ ਇੱਕ ਹਜ਼ਾਰਾਂ ਦੀ ਗਿਣਤੀ ਵਿੱਚ ਐਮਪਲੋਇਜ਼ ਇਸ ਕੰਮ ਦੇ ਵਿੱਚ ਕੰਮ ਕਰਦੇ ਹਨ। ਇਹ ਪੂਰਾ ਰਜਿਸਟ੍ਰੇਸ਼ਨ ਕੰਮ ਹੈ। ਪੰਜਾਬ ਦੇ ਵਿੱਚ ਜਿਵੇਂ 2,09,00,000 ਦੀ ਹੁਣ ਅੱਜ ਦੀ ਮਿਤੀ 'ਤੇ ਵੋਟਰਸ ਨੇ। ਇਹ ਆਉਂਦੇ ਜਨਵਰੀ ਆਉਂਦੇ ਥੋੜਾ बढ़ ਵੀ ਜਾਏਗਾ ਇਹ ਗਿਣਤੀ। ਔਰ ਯੰਗ ਵੋਟਰਸ ਦੀ ਸਾਡਾ ਸਟੇਟ ਦੇ ਵਿੱਚ ਗਿਣਤੀ ਹੋਣਾ ਚਾਹੀਦਾ, ਅਸੀਂ ਸਾਡੇ ਕੋਲ 8 से लेकर 9 लाख वोटर्स होना चाहिए, क्योंकि 18 साल
ਪੂਰਾ ਕਰ ਚੁੱਕੇ ਨੇ। ਉਹਨਾਂ ਦਾ ਪ੍ਰੈਜ਼ੈਂਸ ਹੈ ਕਾਲਜਾਂ ਦੇ ਵਿੱਚ ਹੁੰਦਾ ਹੈ, ਨਵਾਂ ਨੌਕਰੀ ਲੱਗੇ ਹੋਏ ਹੈ, ਕੋਈ ट्रांसफ़र होकर कोई शहर में चले गया है। इसनों असी बहुत ही डायनेमिक एक ग्रुप है साडा, एक यूथ ग्रुप हुंदा, डायनेमिक ग्रुप हुंदा है, एक जगह नॉर्मली नहीं रहंदे हैं। ट्रेनिंग वास्ते, कोचिंग वास्ते, नौकरी वास्ते, अगे पढ़ने वास्ते ये मूव करते रहता है। इसनों असी वी हैव टू कैच देम। ये बहुत बड़ा एक चैलेंज है, एक असी पूरा करना है ਇਹਦੇ ਵਿੱਚ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਵੀ ਵੋਟਾਂ ਦੀ ਸੁਧਾਈ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਵੋਟਾਂ ਦੇ ਵਿੱਚ ਕੱਟੀਆਂ ਗਈਆਂ ਜਾਂ ਵੋਟਾਂ ਦਰੁਸਤ ਕਰਾਉਣੀਆਂ, ਵੋਟਾਂ ਦੇ ਵਿੱਚ ਆਪਣਾ ਕੋਈ ਸੋਧ ਕਰਾਉਣੀ, ਉਹਦੇ ਬਾਰੇ ਅਵੇਅਰਨੈਸ ਘੱਟ ਹੁੰਦੀ ਹੈ, ਜਾਗਰੂਕਤਾ ਘੱਟ ਹੁੰਦੀ ਹੈ। ਉਹਦੇ ਲਈ ਤੁਸੀਂ ਕੀ ਕਰ ਰਹੇ ਹੋ ਪਿੰਡ ਪੱਧਰ ਤੋਂ ਲੈ ਕੇ ਆਮ ਲੋਕਾਂ ਦੇ ਵਿੱਚ ਜਿਹੜੀ ਜਾਣਕਾਰੀ ਹੈ, ਜਿਹੜੇ ਲੋਕ ਸ਼ਾਇਦ ਵੋਟ ਕੰਨੀ ਕਈ ਜ਼ਿਆਦਾ ਉਹਦੀ ਮਹੱਤਤਾ ਨੂੰ ਨਹੀਂ ਸਮਝਦੇ, ਪਰ ਕਈ ਵਾਰੀ ਵੋਟ ਪਾਉਣ ਵੇਲੇ ਉਹਨਾਂ ਨੂੰ ਲੱਗਦਾ ਹੈ ਤੇ ਉਦੋਂ ਵੋਟ ਉਹਨਾਂ ਦੀ ਕਿਤੇ ਨਾ ਕਿਤੇ ਕਈ ਕਾਰਨਾਂ ਕਰਕੇ ਕੱਟੀ ਜਾ ਚੁੱਕੀ ਹੁੰਦੀ ਹੈ। ਅਜਿਹੇ ਲਈ ਤੁਸੀਂ ਕੀ ਪ੍ਰਬੰਧ ਕੀਤੇ? ਬਹੁਤ ਅੱਛਾ, ਇੰਪੋਰਟੈਂਟ, ਮਹੱਤਵਪੂਰਨ ਪ੍ਰਸ਼ਨ ਹੈ ਇਹ, ਕਿਉਂਕਿ ਜਦੋਂ ਤੱਕ ਤੁਸੀਂ ਤੁਹਾਡਾ ਨਾਂ ਵੋਟਰ ਲਿਸਟ ਦੇ ਵਿੱਚ ਆਏ ਨਹੀਂ ਹੈ, ਤੁਸੀਂ ਵੋਟ ਕਿਵੇਂ ਕਰ ਸਕਦੇ ਹੋ? ਕਿਉਂਕਿ ਵੋਟ ਹੈ ਤੁਹਾਡਾ ਤਾਕਤ ਹੈ, ਵੋਟ ਦੇ ਨਾਲ ਹੀ ਤੁਸੀਂ ਪਾਵਰਫੁਲ ਹੋ ਜਾਂਦੇ ਹੋ, ਔਰ ਵੋਟ ਤੁਹਾਡਾ ਪਹਿਚਾਣ ਹੈ, ਵੋਟ ਤੁਹਾਡਾ ਮਾਣ ਹੈ, ਤੁਹਾਡਾ ਡਿਗਨਿਟੀ ਵੋਟ ਦੇ ਨਾਲ ਬਣਦਾ ਹੈ। ਕਿਉਂਕਿ ਤੁਹਾਡਾ ਨਾਂ ਹੀ ਇਹਦੇ ਵਿੱਚ ਸਾਡਾ ਇਲੈਕਟੋਰਲ ਰੋਲ ਦੇ ਵਿੱਚ ਨਹੀਂ ਆਇਆ, ਮੰਨ ਕੇ ਚਲੋ ਤੁਹਾਡਾ ਇੰਪੋਰਟੈਂਸ ਉਸ ਹੱਦ ਤੱਕ ਫਿਰ ਇਫੈਕਟ ਹੋ ਹੀ ਜਾਂਦਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਕਾਰਜਕ੍ਰਮ ਚਲਾਇਆ ਜਾਂਦਾ ਹੈ। ਇਸ ਕਾਰਜਕ੍ਰਮ ਦਾ ਨਾਂ ਹੈ ਸਵੀਪ, ਸਿਸਟਮੈਟਿਕ ਵੋਟਰ ਐਜੂਕੇਸ਼ਨ ਫਾਰ ਇਲੈਕਟੋਰਲ ਪਾਰਟਿਸਿਪੇਸ਼ਨ। ਉਹਨਾਂ ਨੂੰ ਇੱਕ ਤਰੀਕੇ ਨਾਲ ਐਜੂਕੇਟ ਕਰੋ, ਉਹਨਾਂ ਨੂੰ ਫਿਰ ਜਾਣਕਾਰੀ ਦਿਓ ਇਹ ਸਾਰੀਆਂ ਵੈਰਾਈਟੀਜ਼ ਆਫ ਵੋਟਰਸ ਨੂੰ, ਔਰ ਤਾਂ ਕਿ ਰਜਿਸਟ੍ਰੇਸ਼ਨ ਕੰਮ ਦੇ ਵਿੱਚ ਇਹਨਾਂ ਦਾ ਭਾਗੀਦਾਰੀ ਹੋਵੇ, ਔਰ ਹਰੇਕ ਬੰਦਾ ਜਿਹੜੇ ਵੀ ਜਿਨ੍ਹਾਂ ਦਾ ਵੀ ਉਮਰ 18 ਸਾਲ ਹੋ ਗਏ ਉਹ ਵੋਟਰ ਬਣ ਜਾਵੇ। ਸਭ ਤੋਂ ਪਹਿਲੇ ਉਹਨਾਂ ਨੂੰ ਵੋਟਰ ਬਣਾਉਣਾ ਹੈ। ਹੁਣ ਜਿਹੜੇ ਵੀ ਫੇਜ਼ ਚੱਲ ਰਿਹਾ ਇਹ ਫੇਜ਼ ਹੁਣ ਇਹ ਅਕਤੂਬਰ, ਨਵੰਬਰ ਤੱਕ, ਦਿਸੰਬਰ ਤੱਕ ਅਸੀਂ ਇਹੀ ਕੰਮ ਕਰਾਂਗੇ, ਘਰ ਪਹੁੰਚेंगे ਤਾਂ ਕਿ ਲੋਕਾਂ ਨੂੰ ਇਨਫੋਰਮੇਸ਼ਨ ਹੋ ਜਾਵੇ, ਵੋਟ ਦੀ ਮਹੱਤਤਾ ਬਾਰੇ ਮੈਂ ਇਨਫੋਰਮੇਸ਼ਨ ਹੋਵੇ, ਕਿੱਥੇ ਵੋਟ ਬਣਦਾ ਹੈ ਔਰ ਕਿਹੜੇ ਫਾਰਮ ਭਰਨੇ ਹੈ, ਔਰ ਕੌਣ ਦਫ਼ਤਰ ਦੇ ਵਿੱਚ ਤੁਹਾਨੂੰ ਸਹਾਇਤਾ ਮਿਲ ਸਕਦੇ ਹੈ, ਕਿਹੜੇ ਇਨਫੋਰਮੇਸ਼ਨ ਟੈਕਨੋਲੋਜੀ ਐਪਸ ਨੇ। ਅੱਜ ਦੀ ਜ਼ਮਾਨਾ ਐਪਸ ਦੀ ਹੈ, ਯੂਥ ਹਮੇਸ਼ਾ ਮੋਬਾਈਲ 'ਤੇ ਖੇਡਦੇ ਹੈ ਔਰ ਦੇਖਦੇ ਰਹਿੰਦਾ ਹੈ, ਐਂਟਰਟੇਨਮੈਂਟ ਵੀ ਹੈ, ਨੌਲੇਜ ਵੀ ਹੈ। ਇਲੈਕਸ਼ਨ ਕਮਿਸ਼ਨ ਨੇ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਐਪਸ ਪਾਏ ਹੋਏ ਨੇ, ਇਸ ਐਪਸ ਦੀ ਰਾਹੀਂ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਵਿਮਨ ਨੂੰ ਖਾਸ ਕਰਕੇ ਸਾਡਾ ਮਹਿਲਾ ਵੋਟਰਸ ਨੂੰ ਕਿਵੇਂ ਅਸੀਂ ਫਿਰ ਵੋਟਰਸ ਬਣਾ ਸਕਦੇ हैं, ये सभी एक सिस्टमैटिक वोटर अवेयरनेस वास्ते इलैक्ट्रॉनिक मीडिया, प्रिंट मीडिया, सोशल मीडिया ਜਿਹੜੇ ਵੀ ਆਪਣਾ ਪੁਰਾਣਾ ਵੇਲੇ ਤੋਂ ਆ ਰਹੇ ਪ੍ਰੈਸ, ਜਿਹੜੇ ਵੀ ਪ੍ਰਿੰਟ ਅਖਬਾਰਾਂ ਦੇ ਵਿੱਚ ਅਸੀਂ ਐਡਵਰਟਾਈਜ਼ਮੈਂਟਸ ਦਿੰਦੇ ਰਹਿੰਦੇ ਹਾਂ, ਫਲਾਇਰਸ ਦਿੰਦੇ ਹਾਂ। ਹੁਣ ਜਿਹੜਾ ਅਸੀਂ ਫਲਾਇਰਸ ਦਾ ਸਿਸਟਮ ਸ਼ੁਰੂ ਕੀਤਾ, ਔਰ ਆਊਟਡੋਰ ਫਲੈਕਸ ਲਗਾਉਣਾ ਹੈ, ਵੱਡੇ ਫਲੈਕਸ ਲਗਾ ਕੇ ਸ਼ਹਿਰਾਂ ਦੇ ਵਿੱਚ। ਹੁਣ ਇਸ ਕੰਮ ਆਉਣੇ ਵਾਲੇ ਕੰਮ ਦੇ ਬਹੁਤ ਜ਼ੋਰ ਸੇ ਅਸੀਂ ਲੋਕਾਂ ਨੂੰ ਇਸ ਐਡਵਰਟਾਈਜ਼ਮੈਂਟ ਦੇ ਰਾਹੀਂ ਫਿਰ ਇਹ ਕੰਮ ਪੂਰਾ ਇਨਫੋਰਮੇਸ਼ਨ ਦੇਵਾਂਗੇ, क्योंकि ये एक 360 डिग्री कवर करने वाले एडवर्टाइजमेंट प्रोसीजर है। ਇਹਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਵੀ ਇੱਕ ਬੂਥ ਹੁੰਦਾ ਹੈ, ਬੂਥ 1200 ਵੋਟਰਸ ਦੀ ਵਾਸਤੇ ਬੂਥ ਹੁੰਦਾ ਹੈ ਜੀ। ਉਸ ਨੂੰ ਅਸੀਂ 1200 ਲੋਕਾਂ ਨੂੰ ਅਵੇਅਰ ਕਰਨ ਦੀ ਇੱਕ BLO ਸਾਹਿਬਾਨ ਇੱਕ ਟੀਮ ਹੈ, ਉਸ ਟੀਮ ਕੰਮ ਕਰਦੀ ਹੈ, ਨੁੱਕੜ ਨਾਟਕ ਕਰਦੇ ਹੈ। ਨਹੀਂ ਤਾਂ ਟਰੈਕਟਰਾਂ ਦੇ ਵਿੱਚ, ਸਾਡੇ ਸਟੇਟ ਦੇ ਵਿੱਚ ਟਰੈਕਟਰ ਬਹੁਤ ਮਹੱਤਵਪੂਰਨ ਇੱਕ ਮਸ਼ੀਨ ਹੈ, ਲੇਕਿਨ ਲੋਕ ਉਹਨਾਂ ਦੇ ਟਰੈਕਟਰ ਦੇ ਨਾਲ ਵੀ ਕਾਫੀ सेंटिमेंटली जुड़े हुए हैं। मतलब जागरूकता दे लिए तुसी ये सारे? हाँ, जागरूकता साडा बहुत इंपॉर्टेंट एक पार्ट है, क्योंकि जागरूकता के बिना एक वोटर नहीं बनेगा और बिना जागरूकता वोट पाने वास्ते नहीं जाएगा, क्योंकि दो है साडा, एक राइट हैंड एक लेफ्ट हैंड, दोनों काम साथ ही साथ चलना है जी। ਤੇ ਡਾਕਟਰ ਸਾਹਿਬ ਦੂਜਾ ਹੈਗਾ ਵੀ ਜਿਵੇਂ ਤੁਸੀਂ ਦੱਸਿਆ ਵੀ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈ ਉਹ ਇੱਕ ਕਾਨੂੰਨ ਬਣਾਉਣ ਦਾ ਅਧਿਕਾਰ ਮੰਨਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਦੀ ਜਿਹੜੀ ਵੋਟ ਪਰਸੈਂਟੇਜ ਹੈ, ਪਿਛਲੀ ਆਪਾਂ ਗੱਲ ਕਰੀਏ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੋਈਆਂ 2019 ਦੀਆਂ,
ਉਹਦੇ ਵਿੱਚ ਵੋਟ ਪਰਸੈਂਟੇਜ ਦਾ ਗ੍ਰਾਫ ਹੈ ਜਿਹੜਾ ਉਹ ਲੱਗ ਰਿਹਾ, ਮਤਲਬ ਇੰਨਾ ਰੁਝਾਨ ਜਿਹੜਾ ਉਸ ਵੇਖਿਆ। ਦੂਜਾ ਹੁਣ ਦਾ ਜਿਹੜਾ ਰੁਝਾਨ ਹੈ, ਹੁਣ ਤੁਸੀਂ ਕਿਉਂਕਿ ਲੋਕ ਅੱਜ ਕੱਲ੍ਹ ਨਵੀਂ ਟੈਕਨੋਲੋਜੀ ਆ ਗਈ, ਤੁਸੀਂ ਘਰ ਬੈਠੇ ਵੋਟ ਤੁਸੀਂ ਬਣਵਾ ਸਕਦੇ ਹੋ, ਜਾਂ ਤੁਸੀਂ ਕਿਹੜੇ ਕਿਹੜੇ ਇਹੋ ਜਿਹੇ ਟੂਲਸ ਬਣਾਏ ਨੇ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਕਿ ਘਰ ਬੈਠੇ ਹੀ ਵੋਟ ਬਣ ਜਾਵੇ, ਕੋਈ ਵੀ ਜਾਣਾ ਨਾ ਪਵੇ ਕਿਤੇ, ਜੋ ਡਾਕੂਮੈਂਟੇਸ਼ਨ ਹੈਗੀ ਆ ਉਹ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਇਸ ਤਰ੍ਹਾਂ ਦੇ ਲਈ ਤੁਸੀਂ ਕਿਹੜੇ ਕਿਹੜੇ ਐਪਸ ਜਾਂ ਕੀ ਤੁਸੀਂ ਇਹਦੇ ਬਾਰੇ ਪ੍ਰਬੰਧ ਕੀਤਾ, ਤੇ ਰੁਝਾਨ ਹੈ ਜਿਹੜਾ ਉਹ ਇਸ ਵਾਰੀ ਤੁਹਾਨੂੰ ਲੱਗਦਾ ਕਿ ਵਧੇਗਾ? ਜ਼ਰੂਰ ਵਧੇਗਾ, ਕਿਉਂਕਿ ਇਸ ਵਾਰ ਆਪਣਾ ਐਪਸ ਦੀ ਕਾਫੀ ਡਾਊਨਲੋਡ ਹੋ ਗਿਆ, ਯੂਥ ਨੇ ਕਾਫੀ ਡਾਊਨਲੋਡ ਕੀਤਾ ਹੈ। ਤੁਸੀਂ ਘਰੇ ਬੈਠ ਕੇ ਤੁਸੀਂ ਰਜਿਸਟ੍ਰੇਸ਼ਨ ਕੰਮ ਕਰ ਸਕਦੇ ਹੋ। ਇੱਕ ਸਾਡੇ ਕੋਲ ਐਪ ਹੈ ਵਾਟਰ ਹੈਲਪਲਾਈਨ ਐਪ, ਇਹਦੇ ਵਿੱਚ ਤੁਸੀਂ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਫਾਰਮ 6, ਫਾਰਮ 7, ਫਾਰਮ 8, 8A, 6A, ਜਿਹੜੇ ਵੀ ਫਾਰਮ ਤੁਹਾਨੂੰ ਠੀਕ ਲੱਗਦਾ ਹੈ। ਅਗਰ ਨਵਾਂ ਵਾਟਰ ਹੈ ਉੱਥੇ ਬਹਿ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ। ਜਿਵੇਂ ਤੁਹਾਡਾ ਫਾਰਮ ਫਿਲ ਹੋ ਗਿਆ ਉਹ ਸਾਡੇ ਕੋਲ ਆਈ ਜਾਂਦਾ ਹੈ, ਉਸ ਨੂੰ ਫਿਰ ਅਸੀਂ ਮਾਰਕ ਕਰਦੇ ਹਾਂ। ਸਾਡਾ ERO ਸਾਹਿਬਾਨ ਜਿਹੜੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਲੈਕਟੋਰਲ ਰਜਿਸਟ੍ਰੇਸ਼ਨ ਆਫਿਸਰ, ਉਹ ਮਾਰਕ ਕਰਦਾ ਹੈ ਉਸ ਏਰੀਆ ਦੀ BLO ਸਾਹਿਬਾਨ ਨੂੰ। ਇਹ ਸभी चीज़ मोबाइल ਤੇ ਹੀ ਹੋ ਰਿਹਾ ਹੈ, कोई एक दूजे नहीं मिल रहा है, वर्चुअल हो रहे काम पूरा, ऑनलाइन हो रहे काम पूरा। ये एक बार BLO साहिबान दी मोबाइल ते आ गया जानकारी पूरा, BLO साहिबान दी मोबाइल ते उत्ते ये सारी काम उत्तों वो कर सकता है, निबेड़ सकता है। और ਉਹਨਾਂ ਦੇ ਫਾਰਮ ਵੇਖਣ ਤੋਂ ਬਾਅਦ ਜਿਹਦੇ ਵੀ ਸਕੂਲ ਜਾਂਦੇ ਨਾਰਮਲੀ ਟੀਚਰਸ ਨੇ, ਕਲਰਕਸ ਨੇ, ਇਸ ਕੰਮ ਦੇ ਵਿੱਚ ਸਾਡੇ ਸਟੇਟ ਦੇ ਵਿੱਚ 24,659 ਬੂਥਸ ਨੇ ਸਾਡੇ ਕੋਲ ਇਸ ਵਾਰ ਬਣਾਏ ਗਏ। ਪਿਛਲੀ ਇਲੈਕਸ਼ਨ ਦੇ ਵਿੱਚ ਸਾਡੇ ਕੋਲ 23,211 ਬੂਥ ਨੇ। कोरोना ने देखते हुए और कुछ एक्स्ट्रा बूथ बनाए गए इस बार, मतलब 25,000। हाँ, लगभग साढ़े कोल 24,689 है अपना, और उसको बढ़ के फिर तो बढ़ भी जाएगा, क्योंकि जिमें जिमें ਅਸੀਂ ਇਲੈਕਸ਼ਨ ਦੇ ਨੇੜੇ ਪਹੁੰਚ ਜਾਣਗੇ, ਜਿਵੇਂ ਸਾਡਾ ਐਪਲੀਕੇਸ਼ਨ ਜ਼ਿਆਦਾ ਹੋਗਾ ਉਹਨਾਂ ਨੂੰ ਵੋਟਰ ਬਣਾएंगे, फिर ऑक्सिलरी बूथ भी बनेगा, ये हल्का सा ਵਧੇਗਾ। ਔਰ ਇਸ ਪੂਰਾ ਕੰਮ ਘਰੇ 'ਚ ਬਹਿ ਕੇ ਤੁਸੀਂ ਕਰ ਸਕਦੇ ਹੋ, ਵੋਟਰ ਬਣ ਸਕਦੇ ਹੋ। ਇਸ ਤੋਂ ਪਹਿਲੇ ਦਫ਼ਤਰ ਜਾਣ ਦੀ ਲੋੜ ਪੈਂਦੀ ਸੀ BLO, ਹੁਣ ਤੁਸੀਂ ਕਿੱਥੇ ਵੀ ਜਾਣ ਦੀ ਲੋੜ ਨਹੀਂ ਹੈ। ਐਪ ਡਾਊਨਲੋਡ ਕਰੋ, ਵੋਟਰ ਐਪ, ਇੱਥੇ ਹੁਣ ਬੈਠ ਕੇ ਤੁਸੀਂ ਜਿਹੜੇ ਵੀ ਤੁਸੀਂ ਕਰਨਾ, ਨਇਆ ਵੋਟਰ ਬਣਨਾ ਚਾਹੁੰਦੇ ਹੋ, NRA ਵੋਟਰ ਬਣਨਾ ਚਾਹੁੰਦੇ, ਜਾਂ ਤੁਸੀਂ ਪਰਸਨ ਵਿਦ ਡਿਸੇਬਿਲਿਟੀਜ਼ ਤੁਸੀਂ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਦਾ ਇੱਕ ਫੈਸਿਲਿਟੀ ਵੀ ਮਿਲਦਾ ਹੈ। ਉਹਨਾਂ ਨੂੰ ਵੀਲ ਚੇਅਰ ਚਾਹੀਦਾ, ਜਾਂ ਉਹਨਾਂ ਨੂੰ ਪੋਸਟਲ ਬੈਲਟ ਚਾਹੀਦਾ, ਕੋਈ ਗੱਡੀ ਚਾਹੀਦਾ ਉਹਨਾਂ ਨੂੰ ਲੈ ਆਉਣ ਵਾਸਤੇ, ਬੂਥ ਲੈ ਆਉਣ ਵਾਸਤੇ। ਇਹ ਸਭੀ ਫੈਸਿਲਿਟੀਜ਼ ਘਰੇ 'ਚ ਬੈਠ ਕੇ ਤੁਸੀਂ ਕਰ ਸਕਦੇ ਹੋ। ਸਾਡੇ ਕੋਲ ਇਨਫੋਰਮੇਸ਼ਨ ਸਿੱਧਾ ਵੀ 1 ਸੈਕਿੰਡ ਦੇ ਵਿੱਚ ਪਹੁੰਚ ਜਾਂਦੀ ਹੈ। ਉਸ ਤੋਂ ਬਾਅਦ BLO ਸਾਹਿਬਾਨ 2 ਦਿਨ 3 ਦਿਨ ਦੇ ਵਿੱਚ ਹੀ ਉਹ ਜਾ ਕੇ ਪਿੰਡ ਜਾ ਕੇ ਘਰ ਘਰ ਜਾ ਕੇ ਇਨਫੋਰਮੇਸ਼ਨ ਵੈਲਿਡਿਟੀ ਕਰਦਾ ਹੈ, ਵੈਲੀਡੇਸ਼ਨ ਕਰਦਾ ਹੈ ਇਹ ਸਹੀ ਹੈ ਐਪਲੀਕੇਸ਼ਨ ਨਹੀਂ ਹੈ। ਕਿਉਂਕਿ ਇੱਕ ਵੋਟ ਤੁਹਾਨੂੰ ਬਹੁਤ ਵੱਡਾ ਇੱਕ ਅਧਿਕਾਰ ਦਿੰਦਾ ਹੈ, ਇਸ ਕਰਕੇ ਉਸ ਨੂੰ ਸੋਚ ਸਮਝ ਕੇ ਐਗਜ਼ਾਮਿਨ ਕਰਨ ਦੀ ਲੋੜ ਵੀ ਹੈ। ਕਈ ਲੋਕ ਗਲਤ ਇਨਫੋਰਮੇਸ਼ਨ ਵੀ ਦਿੰਦੇ ਹੈ, ਲੇਕਿਨ ਅਸੀਂ ਲੋਕਾਂ ਨੂੰ ਟਰਸਟ ਕਰਦੇ ਹਾਂ। ਸਾਡੇ ਨਾਗਰਿਕਾਂ ਨੂੰ ਟਰਸਟ ਕਰਨਾ ਸਾਡਾ ਜ਼ਿੰਮੇਵਾਰੀ ਹੈ। ਜਿਹੜੇ ਵੀ ਐਪਲੀਕੇਸ਼ਨ ਉਹਨਾਂ ਨੇ ਭਰ ਦਿੱਤਾ, ਅਸੀਂ ਉੱਤੇ ਘਰ ਜਾ ਕੇ ਫਿਰ ਇਨਫੋਰਮੇਸ਼ਨ ਲਵਾਂਗੇ, ਉਹਨਾਂ ਦਾ ਡੇਟ ਆਫ ਬਰਥ ਕਿੱਥੇ ਹੈ, ਔਰ ਉਹਨਾਂ ਦਾ ਐਡਰੈਸ ਜਿਹੜੇ ਵੀ ਦਿੱਤਾ ਸਹੀ ਹੈ ਨਹੀਂ ਹੈ, ਔਰ ਉਹਨਾਂ ਦਾ ਉਮਰ ਸਹੀ ਹੈ ਨਹੀਂ ਨੇ, ਨਾ ਸਹੀ ਦਿੱਤਾ ਨਹੀਂ ਦਿੱਤਾ, ਔਰ ਉਹਨਾਂ ਦਾ ਫੋਟੋ ਹੈ। ਅੱਜ ਕੱਲ੍ਹ ਹਰ ਇੱਕ ਇਲੈਕਟੋਰਲ EPIC ਕਾਰਡ ਦੇ ਵਿੱਚ ਫੋਟੋ ਲੱਗੇ ਰਹਿੰਦੀ ਹੈ। ਇਹ ਫੋਟੋ ਜਿਹੜੇ ਵੀ ਉਹ ਦਿੱਤਾ ਸਹੀ ਹੈ ਨਹੀਂ ਹੈ। ਕਈ ਲੋਕ ਸ਼ਰਾਰਤ ਵੀ ਕਰਦੇ ਹੈ, ਉਹਦੇ ਵਿੱਚ ਔਰ ਕੁਝ ਪਾਈ ਜਾਂਦਾ ਫੋਟੋਜ਼ ਵਗੈਰਾ, ਲੇਕਿਨ ਹੁਣ ਟੈਕਨੋਲੋਜੀ ਹੋ ਜਾ ਗਿਆ ਹੈ, ਸਰਚ ਹੋ ਜਾਂਦਾ ਹੈ, ਔਰ ਵਿਦਿਨ 15 ਡੇਜ਼ ਤੁਹਾਡਾ EPIC ਮੋਬਾਈਲ 'ਤੇ ਤੁਸੀਂ ਦੇਖ ਸਕਦੇ ਹੋ ਵਿਦਿਨ ਨੋ ਟਾਈਮ। ਜੀ, ਇੰਨਾ ਜ਼ਿਆਦਾ ਸਹੂਲਤ ਹੈ ਇਹ ਤੁਸੀਂ ਨਵੀਂ ਜਿਹੜੀ ਤਕਨੀਕ ਦੇ ਘਰ ਬੈਠੇ ਹੀ ਵੋਟ ਬਣਾ ਸਕਦੇ ਨੇ ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਕਿਸੇ ਪਾਰਟੀ ਦੇ ਜਾਂ ਕਿਸੇ ਵੀ ਹੋਰ ਬੰਦੇ ਕੋਲੇ, ਸਿਰਫ ਉਹ ਆਪਣੇ ਘਰ ਬਹਿ ਕੇ ਆਪਣੇ ਮੋਬਾਈਲ ਤੇ ਐਪ ਡਾਊਨਲੋਡ ਕਰਨ ਤੇ ਚੋਣ ਕਮਿਸ਼ਨ ਨੂੰ ਆਪਣੀ ਦੇਣ ਰਿਕੁਐਸਟ ਤੇ ਘਰ ਬੈਠੇ ਵੋਟ ਬਣ ਜੂਗੀ। ਇਸ ਤੋਂ ਵੱਡਾ ਸੌਖਾ ਤਰੀਕਾ ਤਾਂ ਲੋਕਾਂ ਲਈ ਕੀ ਹੋ ਸਕਦਾ। ਡਾਕਟਰ ਸਾਹਿਬ, ਜਿਵੇਂ ਇੱਕ ਤੁਸੀਂ NRIs ਦੀ ਗੱਲ ਕੀਤੀ ਹੈ, ਸਾਡੇ ਦਰਸ਼ਕ ਬਹੁਤ ਸਾਰੇ NRI ਵੀ ਨੇ, ਤੇ
ਉਹ ਵਿਦੇਸ਼ਾਂ 'ਚ ਬੈਠੇ ਉਹਨਾਂ ਨੂੰ ਹੁੰਦਾ ਕਿ ਵੋਟ ਉਹਨਾਂ ਦੀ ਬਣੀ ਹੋਵੇ, ਅਤੇ ਉਹ ਕਈਆਂ ਦੇ ਦਿਲ 'ਚ ਵੀ ਹੁੰਦਾ ਵੀ ਅਸੀਂ ਜਾ ਕੇ ਵੋਟ ਪਾ ਆਈਏ, ਅਤੇ ਆਉਂਦੇ ਵੀ ਨੇ ਵੱਡੀ ਗਿਣਤੀ ਦੇ ਵਿੱਚ NRIs ਭੂਮਿਕਾ ਨਿਭਾਉਣ ਆਉਂਦੇ ਨੇ ਪੰਜਾਬ ਦੀਆਂ ਚੋਣਾਂ ਵਿੱਚ। ਅਤੇ ਉਹਨਾਂ ਲਈ ਤੁਸੀਂ NRIs ਲਈ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਵੀ ਉਹ ਵੋਟ ਕਿਵੇਂ ਬਣਾ ਸਕਦੇ ਨੇ ਉੱਥੇ ਬੈਠ ਕੇ? ਉਹਨਾਂ ਦੀ NRIs ਲਈ ਕੀ ਉਹਨਾਂ ਲਈ, ਕਿਉਂਕਿ ਉਹਨਾਂ ਦੇ ਉੱਥੇ ਸਿਟੀਜ਼ਨ ਮਤਲਬ ਜਿਵੇਂ ਕਿ PR ਵੀ ਨੇ ਹੈ ਨਾ ਜੀ, ਪਰਮਾਨੈਂਟ ਰੈਜ਼ੀਡੈਂਸੀ ਨੇ ਜਾਂ ਸਿਟੀਜ਼ਨ ਨੇ, ਉਹ ਜਾਂ ਮਤਲਬ ਉਹਨਾਂ ਲਈ ਕੀ ਕ੍ਰਾਈਟੇਰੀਆ ਜੇ ਉਹ ਮਤਲਬ ਕਈਆਂ ਕੋਲੇ ਡਬਲ ਸਿਟੀਜ਼ਨਸ਼ਿਪ ਹੁੰਦੀ ਆ, ਇੰਡੀਆ ਦੀ ਵੀ ਹੁੰਦੀ ਆ, ਉੱਥੇ ਉਹਨਾਂ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈ? ਇਹਦੇ ਵਿੱਚ ਬਹੁਤ ਸਾਫ਼ ਇੱਕ ਚੀਜ਼ ਦੱਸਣ ਦੀ ਲੋੜ ਹੈ ਜੀ। ਜਿਹਦੇ ਵੀ ਕੋਲ ਇੰਡੀਆ ਪਾਸਪੋਰਟ ਹੈ ਜੀ, ਮਤਲਬ ਤੁਸੀਂ ਸਾਡਾ ਜੀ, ਭਾਰਤ ਦੇ ਨਾਗਰਿਕ ਹੈ। ਜੀ, ਵੋਟਰ ਹੋਣ ਵਾਸਤੇ ਇਹ ਬੇहद ਇੰਪੋਰਟੈਂਟ ਕ੍ਰਾਈਟੇਰੀਆ ਹੈ, ਜੀ, ਤੁਸੀਂ ਭਾਰਤ ਦੇ ਨਾਗਰਿਕ ਹੋਣਾ। ਜੀ, ਲੇਕਿਨ ਕਈ ਕਾਰਨਵਸ਼ ਤੁਸੀਂ ਆਸਟ੍ਰੇਲੀਆ ਚਲੇ ਗਏ ਹੋ, ਕੈਨੇਡਾ ਚਲੇ ਗਏ ਹੋ, ਅਮਰੀਕਾ ਦੇ ਵਿੱਚ ਪੜ ਰਹੇ ਹੋ, ਜੀ, ਜਾਂ ਕੋਈ ਨਿਊਜ਼ੀਲੈਂਡ ਦੇ ਵਿੱਚ ਹੈ ਨੇ, ਤਾਂ ਹੋਰ ਕਿੱਥੇ ਕਈ ਸਾਰੇ ਦੇਸ਼ਾਂ ਦੇ ਵਿੱਚ ਸਾਡਾ ਗਲਫ ਕੰਟਰੀਜ਼ ਹੈ ਇੱਥੇ, ਇਹਦੇ ਵਿੱਚ ਕਾਫੀ ਵੱਡੇ ਮਾਤਰਾ ਗਿਣਤੀ ਦੇ ਵਿੱਚ ਸਾਡਾ ਵੋਟਰਸ ਰਹਿੰਦੇ ਨੇ। ਜੀ, ਕਿਉਂਕਿ ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਪ੍ਰੋਵੀਜ਼ਨ ਕੀਤਾ ਹੈ, ਜੀ, ਉਸ ਪ੍ਰੋਵੀਜ਼ਨ ਦਾ ਨਾਂ ਹੈ NRI ਵੋਟਰ। ਜੀ, ਤੁਸੀਂ ਸਾਨੂੰ ਕੰਟੈਕਟ ਕਰੋ, ਤੁਸੀਂ ਗੱਲ ਵੀ ਮੋਬਾਈਲ ਦੇ ਐਪ ਦੇ ਰਾਹੀਂ ਮੈਸੇਜ ਭੇਜ ਸਕਦੇ ਹੋ। ਇੱਕ ਨੰਬਰ ਵੀ ਹੈ 1950, ਇਹ ਟੋਲ ਫ੍ਰੀ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਕੇ ਤੁਹਾਨੂੰ ਜਿਹੜੇ ਵੀ ਚੀਜ਼ ਇਨਫੋਰਮੇਸ਼ਨ ਚਾਹੀਦਾ, ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੁਝ ਹੋਰ ਕੁਝ ਤੁਸੀਂ ਇਨਫੋਰਮੇਸ਼ਨ ਪਾਉਣਾ ਚਾਹੁੰਦੇ ਹੋ, ਸਿੱਧਾ ਗੱਲ ਵੀ ਕਰ ਸਕਦੇ। ਅਗਰ ਤੁਹਾਨੂੰ ਇਹੋ ਜਿਹਾ ਲੱਗਾ ਹੈ ਐਪ ਦੀ ਰਾਹੀਂ ਤੁਸੀਂ ਪਹੁੰਚ ਨਹੀਂ ਪਾ ਰਹੇ ਹੋ, ਤੁਸੀਂ ਗੱਲ ਵੀ ਕਰ ਸਕਦੇ ਹੋ। ਇਹ ਇੱਕ ਫ੍ਰੀ ਹੈ, ਟੋਲ ਫ੍ਰੀ ਨੰਬਰ ਹੈ ਸਾਡਾ। ਇਹ ਕੰਟੈਕਟ ਸੈਂਟਰਸ ਬਣਿਆ ਹੋਇਆ ਹੈ, ਉੱਤੇ ਤੁਹਾਨੂੰ ਪੂਰਾ ਇਨਫੋਰਮੇਸ਼ਨ ਮਿਲੂਗਾ ਔਰ ਤੁਹਾਨੂੰ ਅਸੀਂ NRI ਵੋਟਰ ਬਣਾਵਾਂਗੇ। ਸਾਡਾ ਇਲੈਕਟੋਰਲ ਰੋਲ ਦੇ ਵਿੱਚ NRI ਵਾਸਤੇ ਇੱਕ ਲਾਸਟ ਕਾਲਮ ਹੁੰਦਾ ਹੈ, ਉਹਦੇ ਵਿੱਚ ਇਹਨਾਂ ਦਾ ਇੱਕ ਸਪੈਸ਼ਲ ਤਰੀਕਾ ਹੈ, ਤਾਂ ਕਿ ਅਸੀਂ ਵੀ ਚਾਹੁੰਦੇ ਹਾਂ ਸਾਡੇ ਵੋਟਰ ਜਿੰਨਾ ਵੀ ਹੈ ਬਾਹਰ ਹੈ, ਉਹ ਚੋਣ ਦੀ ਦੌਰਾਨ ਚੋਣ ਕੀ ਹੈ, ਚੋਣ ਇੱਕ ਫੈਸਟੀਵਲ ਹੈ ਇੰਡੀਆ ਦੇ ਵਿੱਚ। ਇਸ ਨੂੰ ਅਸੀਂ ਕਹਿੰਦੇ ਹਾਂ ਮਹਾ ਤਿਉਹਾਰ। ਜੀ, ਇਸ ਮਹਾ ਤਿਉਹਾਰ ਦੇ ਵਿੱਚ ਤੁਸੀਂ ਜ਼ਰੂਰ ਆਉਣਾ ਚਾਹੀਦਾ, ਇੱਥੇ ਪਾਰਟਿਸਿਪੇਟ ਕਰਨਾ ਚਾਹੀਦਾ। ਇੱਥੇ ਬਹੁਤ ਹੀ ਵੈਰੀ ਕਲਰਫੁਲ ਹੈ ਇਲੈਕਸ਼ਨ, ਐਵਰੀਬਡੀ ਇੰਜੋਇਸ उसमें पार्टिसिपेट करना चाਹੁੰਦਾ, ਉਹਨਾਂ ਦਾ ਪਾਵਰ ਨੂੰ ਐਕਸਰਸਾਈਜ਼ ਕਰਨਾ ਚਾਹੁੰਦੇ ਹੈ। ਮੈਂ ਬਹੁਤ ਸਿੰਸੀਅਰਲੀ ਚਾਹੁੰਦਾ ਹਾਂ NRI ਜਿੰਨਾ ਵੀ ਹੈ ਬਾਹਰ ਮੁਲਕਾਂ ਦੇ ਵਿੱਚ ਹੈ, ਅਗਰ ਤੁਸੀਂ ਹੁਣ ਵੀ ਸਾਡਾ ਭਾਰਤ ਦੀ ਨਾਗਰਿਕ ਦਾ ਪਾਸਪੋਰਟ ਹੈ ਤੁਹਾਡੇ ਕੋਲ, ਸਾਨੂੰ ਕੰਟੈਕਟ ਕਰੋ, ਤੁਹਾਨੂੰ ਅਸੀਂ ਵੋਟਰ ਬਣਾਵਾਂਗੇ ਔਰ ਇਲੈਕਸ਼ਨ ਦੀ ਵੇਲੇ ਤੁਹਾਨੂੰ ਮੈਂ ਵਿਸ਼ੇਸ਼ ਤੌਰ 'ਤੇ ਸਵਾਗਤ ਕਰਾਂਗਾ। ਆਓ ਜ਼ਰੂਰ, ਔਰ ਜਿਹੜੇ ਵੀ ਪਿੰਡ ਦੇ ਵਿੱਚ ਮੈਨੂੰ ਮਾੜਾ ਜਿਹੀ ਇਨਫੋਰਮੇਸ਼ਨ ਦਿਓ ਤੁਸੀਂ, ਅਸੀਂ ਫਿਰ ਤੁਹਾਨੂੰ ਉੱਥੇ ਬੂਥ ਦੇ ਵਿੱਚ ਕਿਸ ਤਰੀਕਾ ਤੁਹਾਨੂੰ ਐਸਾ ਲੱਗਣਾ ਚਾਹੀਦਾ, ਠੀਕ ਹੈ ਤੁਸੀਂ ਉਹਨਾਂ ਦੂਰੋਂ ਆਏ ਹੋ, ਇਹ ਸਾਰੀ ਅਸੀਂ ਇੰਤਜ਼ਾਮ ਕਰ ਸਕਦੇ ਹਾਂ। ਲੇਕਿਨ ਤੁਸੀਂ ਸਭ ਤੋਂ ਪਹਿਲਾਂ ਵੋਟਰ ਬਣ ਜਾਓ। ਨਾਰਮਲੀ ਕੀ ਹੁੰਦਾ ਹੈ, ਜਿੰਨਾ ਵੀ ਸਾਡੇ ਨੌਜਵਾਨ ਵਗੈਰਾ ਪੜ੍ਹਨ ਵਾਸਤੇ ਗਏ ਹੈ, ਉਹ ਨਾਰਮਲ ਵੋਟਰ ਬਣ ਕੇ ਚਲੇ ਗਏ ਹਨ, ਲੇਕਿਨ ਤੁਸੀਂ NRI ਕਾਲਮ ਦੇ ਵਿੱਚ ਆਪਣਾ ਦਰਜ ਨਹੀਂ ਕੀਤਾ। ਲੇਕਿਨ ਅਸੀਂ ਚਾਹੁੰਦੇ ਹਾਂ ਤਾਂ ਕਿ ਸਾਨੂੰ ਪਤਾ ਚੱਲ ਜਾਏਗਾ ਤੁਹਾਨੂੰ ਸਪੈਸ਼ਲ ਇੰਤਜ਼ਾਮ ਅਸੀਂ ਕੀ ਕਰਨਾ ਚਾਹੀਦਾ, ਤੁਸੀਂ ਸਾਨੂੰ ਮੈਸੇਜ ਕੀ ਕਰਨਾ ਚਾਹੁੰਦੇ ਹੋ। ਇਹ ਇੱਕ ਸਪੈਸ਼ਲ ਇੱਕ ਕਮਿਊਨੀਕੇਸ਼ਨ ਹੋ ਜਾਊਗਾ। ਇਸ ਸਪੈਸ਼ਲ ਪ੍ਰੋਵੀਜ਼ਨ ਨੂੰ ਤੁਸੀਂ ਯੂਜ਼ ਕਰੋ ਔਰ ਤੁਸੀਂ ਵੋਟਰ ਬਣ ਜਾਓ, NRI ਵੋਟਰ ਬਣੋ, ਔਰ ਤੁਹਾਨੂੰ ਅਸੀਂ ਮੈਂ ਸਪੈਸ਼ਲੀ ਪੂਰਾ ਇੰਤਜ਼ਾਮਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਸੀਂ NRIs ਸਾਡੇ ਵੀਰਾਂ ਨੂੰ ਚਾਨਣਾ ਪਾਇਆ ਕਿ ਉਹ ਕਿਸ ਤਰ੍ਹਾਂ ਵਿਦੇਸ਼ਾਂ ਦੀ ਧਰਤੀ 'ਤੇ ਬਹਿ ਕੇ ਉੱਥੇ ਬੈਠੇ ਹੀ ਆਪਣੀ ਵੋਟ ਬਣਾ ਸਕਦੇ ਆ, ਅਤੇ ਉਹ NRI ਕਾਲਮ ਦੇ ਵਿੱਚ ਜਾ ਕੇ ਜਿਹੜੇ ਸਟੂਡੈਂਟਸ ਵੀ ਗਏ ਹੋਏ ਨੇ ਫਾਰਮ 6A, ਹਾਂ ਫਾਰਮ 6 है ये 6 ਫਾਰਮ ਨੰਬਰ 6 ਨया ਵੋਟਰ ਬਣਾਉਣ ਦੇ, ਔਰ 6A NRI ਵੋਟਰ ਵਾਸਤੇ। ਇਹਨਾਂ ਨੂੰ NRI ਵੋਟਰ, NRI ਤੁਹਾਡੇ ਬੋਲਚਾਲ ਭਾਸ਼ਾ ਵਿੱਚ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਐਕਚੁਅਲੀ ਸੀ ਪ੍ਰਵਾਸੀ ਇੰਡੀਅਨਸ ਹੈ, ਓਵਰਸੀਜ਼ ਇੰਡੀਅਨਸ ਹੈ। ਓਵਰਸੀਜ਼ ਇੰਡੀਅਨਸ ਸਾਡਾ ਇੰਡੀਅਨਸ ਨੇ, ਓਵਰਸੀਜ਼ ਦੇ ਵਿੱਚ ਰਹਿ ਰਹੇ ਹੈ। ਆਮ ਬੋਲਚਾਲ ਭਾਸ਼ਾ ਦੇ ਵਿੱਚ ਅਸੀਂ NRI ਵੋਟਰਸ ਕਹਿ ਰਹੇ ਹਾਂ। ਮੈਂ ਸੀਰੀਅਸਲੀ ਔਰ ਸਿੰਸੀਅਰਲੀ ਮੈਂ ਵੈਲਕਮ ਕਰਦਾ, ਤੁਸੀਂ ਸਾਨੂੰ ਕੰਟੈਕਟ ਕਰੋ, NRI ਵੋਟਰ ਬਣਾਓ। ਇਹ ਹੈਲਪਲਾਈਨ ਨੰਬਰ ਤੁਸੀਂ ਇੱਕ ਵਾਰੀ, ਹੈਲਪਲਾइन ਨੰਬਰ ਹੈ 1950, ਇਹ 1950 है 1950, ये मुफ्त है, ਤੁਸੀਂ ਕਾਲ ਕਰ ਸਕਦੇ ਹੋ।
ਮੇਰਾ ਮੋਬਾਈਲ ਨੰਬਰ ਲਓ, ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ, ਮੋਬਾਈਲ ਇਹ ਮੈਸੇਜ ਕਰ ਸਕਦੇ ਹੋ। ਔਰ ਸਾਡਾ BLO ਸਾਹਿਬਾਨ ਦੀ ਨੰਬਰ ਵੀ ਅਸੀਂ ਨੈੱਟ 'ਤੇ 'ਚ ਰੱਖਿਆ, ਉਹਨਾਂ ਦਾ ਕਾਲ ਕਰ ਸਕਦੇ। ਇੱਕ ਪੋਰਟਲ ਹੈ NVSP ਪੋਰਟਲ ਹੈ, ਉੱਤੇ ਵੀ ਤੁਸੀਂ ਤੁਹਾਡਾ ਮੇਲ ਵਗੈਰਾ ਪਾ ਸਕਦੇ ਹੋ। ਤੁਹਾਨੂੰ ਵੇਰੀਅਸ ਚੈਨਲਸ ਅਸੀਂ ਤੁਹਾਨੂੰ ਅਵੇਲੇਬਲ ਕਰਵਾਈਏ ਜਾ ਰਹੇ, ਤੁਸੀਂ ਯੂਜ਼ ਕਰੋ ਔਰ ਸਾਡੇ ਨਾਲ ਰਾਬਤਾ ਕਾਇਮ ਕਰੋ। ਔਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਅਸੀਂ ਰੀਚ ਕਰਨ ਲਈ, ਔਰ ਇੱਕ ਦੂਜਿਆਂ ਨੂੰ ਫਿਰ ਮਿਲ ਕੇ ਸਾਡਾ ਇਲੈਕਟੋਰਲ ਰੋਲਸ ਦੇ ਵਿੱਚ NRI ਵੋਟਰਸ ਸਾਡਾ ਸੰਖਿਆ ਵਧਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ। ਡਾਕਟਰ ਸਾਹਿਬ, NRI ਵੀਰ ਸਾਡੇ ਤੁਹਾਨੂੰ ਸੁਣ ਰਹੇ ਨੇ। NRI ਉਤਸ਼ਾਹ ਬਹੁਤ ਹੁੰਦਾ NRIs ਦੇ ਵਿੱਚ, ਸਾਡੇ ਪ੍ਰਵਾਸੀ ਵੀਰਾਂ ਦੇ ਵਿੱਚ ਪੰਜਾਬ ਦੀਆਂ ਚੋਣਾਂ ਪ੍ਰਤੀ ਬੜਾ ਉਹ ਰੌਚਕ ਤਰੀਕੇ ਨਾਲ ਉਹਨੂੰ ਦੇਖਦੇ ਨੇ, ਇੰਟਰਸਟ ਹੁੰਦਾ, ਕਿਉਂਕਿ ਉਹ ਚਾਹੁੰਦੇ ਨੇ ਕਿ ਸਾਡੇ ਪੰਜਾਬ ਦੇ ਵਿੱਚ ਕੁਝ ਸੁਧਾਰ ਹੋਵੇ, ਲੋਕ ਆਪਣੀ ਵੋਟ ਦੀ ਵਰਤੋਂ ਕਰਨ। ਤੇ ਪਰ ਜਦੋਂ ਵੋਟ ਪਾਉਣ ਦੀ ਵਾਰੀ ਆਉਂਦੀ ਆ ਤੇ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਉਤਸ਼ਾਹ ਉਹ ਮੱਠਾ ਜਾ ਪੈ ਜਾਂਦਾ। ਤੇ ਇਹਦੇ ਲਈ ਤੁਸੀਂ ਜਿੱਦਾਂ ਅਪੀਲ ਕੀਤੀ ਹੈ ਕਿ ਆਉਣ, ਤੁਸੀਂ ਉਹਨਾਂ ਦਾ ਵਿਸ਼ੇਸ਼ ਸਵਾਗਤ ਕਰੋਗੇ, ਇਹ ਇੱਕ ਤੁਹਾਡਾ ਚੰਗਾ ਕਦਮ ਹੈ। ਹੁਣ ਆਪਾਂ ਚੱਲਦੇ ਹਾਂ ਜੀ ਡਾਕਟਰ ਸਾਹਿਬ, ਜਿਵੇਂ ਮਾਝਾ ਮਾਲਵਾ ਪੰਜਾਬ ਦੇ 3 ਹਿੱਸਿਆਂ ਦੇ ਵਿੱਚ ਆਪਾਂ ਵੋਟਰ ਨੂੰ ਵੰਡਦੇ ਹਾਂ। ਮਾਝੇ ਦੇ ਵਿੱਚ ਕਿੰਨੇ ਵੋਟਰ ਨੇ ਜੀ? ਤੇ ਓਵਰਆਲ ਪੰਜਾਬ ਦੇ ਵਿੱਚ ਇੱਕ ਮੇਰਾ ਪੁਆਇੰਟ ਇਹ ਵੀ ਹੈ ਜੀ, ਓਵਰਆਲ ਪੰਜਾਬ ਦੇ ਵਿੱਚ ਮਹਿਲਾ ਵੋਟਰ ਕਿੰਨੇ ਨੇ, ਔਰਤ ਸਾਡੇ ਭੈਣਾਂ ਭਰਾ ਕਿੰਨੇ, ਮਤਲਬ ਉਹਨਾਂ ਦੀ ਜਿਹੜੀ ਵੋਟਰ ਪਰਸੈਂਟੇਜ ਆ ਉਹ ਕਿੰਨੀ ਹੈ ਜੀ? ਮੈਂ ਦੱਸਦਾ। ਪੰਜਾਬ ਨਾਰਮਲੀ ਜੀਓਗ੍ਰਾਫਿਕਲ ਅਸੀਂ ਵੰਡਿਆ ਹੋਇਆ ਹੈ, ਮਾਝਾ ਮਾਲਵਾ ਦੋਬਾ ਜੀ। ਮਾਲਵਾ ਦੀ ਸਾਈਜ਼ ਜ਼ਿਆਦਾ ਹੈ, ਇਹਦੇ ਵਿੱਚ 69 ਅਸੈਂਬਲੀ ਹਲਕੇ ਇਸ ਮਾਲਵਾ ਦੇ ਵਿੱਚ ਹੈ ਜੀ। ਕਾਫੀ ਜ਼ਿਲ੍ਹਾ ਇਹਦੇ ਵਿੱਚ ਪੈਂਦਾ ਹੈ, ਖਾਸ ਕਰਕੇ 15 ਜ਼ਿਲ੍ਹਾ ਇਸ ਮਾਲਵਾ ਦੇ ਵਿੱਚ ਪੈਂਦਾ ਹੈ ਜੀ। ਔਰ ਮਾਝਾ ਦੇ ਵਿੱਚ 25 ਅਸੈਂਬਲੀ ਹਲਕੇ ਹੈ ਜੀ, ਇਹਦੇ ਵਿੱਚ ਪੈਂਦਾ ਹੈ। ਔਰ ਬਾਕੀ 23 ਅਸੈਂਬਲੀ ਹਲਕਾ ਪੈਂਦਾ ਹੈ ਦੋਬਾ ਦੇ ਵਿੱਚ ਜੀ। ਕਿਉਂਕਿ ਸਾਡਾ ਤਿਆਰੀਆਂ ਵੀ ਇਸੀ ਪ੍ਰੋਪੋਰਸ਼ਨ ਦੇ ਵਿੱਚ, ਕੋਸ਼ਿਸ਼ਾਂ ਆਪਣਾ ਤਿਆਰੀਆਂ ਇਸੀ ਨੰਬਰ ਨੂੰ ਵੇਖਦੇ ਹੋਏ ਫਿਰ ਅਸੀਂ ਕਰਦੇ ਹਾਂ। ਪੂਰਾ ਮੁਕੰਮਲ ਤਰੀਕਾ ਹੁੰਦਾ ਹੈ ਇਲੈਕਸ਼ਨ ਦਾ। ਉੱਥੇ ਜਿਹੜੇ ਵੀ ਜੀਓਗ੍ਰਾਫਿਕਲ ਕੰਡੀਸ਼ਨ ਦੇ ਨਾਲ ਅਵੇਲੇਬਿਲਿਟੀ ਆਫ ਇਨਫਰਾਸਟਰਕਚਰ ਔਰ ਅਵੇਲੇਬਿਲਿਟੀ ਆਫ ਸਟਾਫ, ਕਿਉਂਕਿ ਚੋਣ ਕਰਾਉਣ ਦੀ ਵੇਲੇ ਜਿਹੜੇ ਜਿਸ ਦਿਨ ਚੋਣ ਹੁੰਦਾ ਹੈ ਲਗਭਗ 2.5 ਲੱਖ ਕਰਮਚਾਰੀ ਕੰਮ ਕਰਦਾ ਹੈ ਇੱਕ ਹੀ ਦਿਨ, ਸਵੇਰ ਤੋਂ ਲੈ ਕੇ ਸ਼ਾਮ ਤੱਕ 2.5 ਲੱਖ ਕਰਮਚਾਰੀ ਇਸ ਕੰਮ ਦੇ ਵਿੱਚ ਲੱਗੇ ਹੋਏ, ਤਾਂ ਜਾ ਕੇ ਫਿਰ ਸਾਡਾ EVM ਦੀ ਰਾਹੀਂ ਵੋਟ ਪੈਂਦਾ ਹੈ ਔਰ ਬਾਅਦ 'ਚ ਗਿਣਤੀ ਹੁੰਦਾ ਹੈ। ਔਰ ਸਾਡਾ ਪੰਜਾਬ ਦੀ ਵੋਟਰਸ ਦੀ ਸੰਖਿਆ ਮੈਂ ਤੁਹਾਨੂੰ ਪਹਿਲੇ ਹੀ ਸ਼ੇਅਰ ਕੀਤਾ, 2 ਕਰੋੜ 9 ਲੱਖ ਦੇ ਉੱਤੇ ਵੋਟਰਸ ਨੇ ਹੁਣ ਤੋਂ, ਔਰ ਵੱਧ ਜੂਗਾ, ਅਭੀ ਕੰਮ ਚੱਲ ਰਿਹਾ ਹੈ। ਔਰ ਇਹਦੇ ਵਿੱਚ ਪੁਰਸ਼ ਦੀ ਮੇਲ ਦੀ ਗਿਣਤੀ ਹੈ ਮਾੜਾ ਜਿਹਾ ਜ਼ਿਆਦਾ ਹੈ, 1 ਕਰੋੜ 1 ਲੱਖ ਦੀ, ਔਰ ਵਿਮਨ ਦੀ ਥੋੜਾ ਸਾ ਘੱਟ ਨੇ 99 ਲੱਖ ਦੀ। ਇਸ ਕਰਕੇ ਅਪੀਲ ਕਰ ਰਹੇ ਵਿਮਨ ਜ਼ਿਆਦਾ ਸੇ ਜ਼ਿਆਦਾ ਸੰਖਿਆ ਮੇਂ ਰਜਿਸਟ੍ਰੇਸ਼ਨ ਕਰੋ। ਕਰ ਦੇ ਵਿੱਚ ਅਸੀਂ ਆ ਰਹੇ, ਤੁਹਾਡਾ ਦਰਵਾਜ਼ੇ ਵਿੱਚ ਅਸੀਂ ਆ ਰਹੇ। BLO ਸਾਹਿਬਾਨ ਆਉਂਦੇ ਹੈ, BLO ਸਾਹਿਬਾਨ ਉਹਨਾਂ ਦਾ ਟੀਚਿੰਗ ਕੰਮ ਕਰਦੇ ਹੋਏ ਨਾਲ ਸਾਡਾ ਇਲੈਕਟੋਰਲ ਰੋਲ ਨੂੰ ਪਿਓਰ ਸੁੱਚਾ ਕਰਨ ਦੀ ਕੋਸ਼ਿਸ਼ ਕਰੀ ਜਾ ਰਹੇ। ਤੁਸੀਂ ਵੀ ਸਾਡਾ ਹੱਥ ਨੂੰ ਮਜ਼ਬੂਤ ਕਰੋ। ਔਰ ਯੰਗ ਵੋਟਰਸ ਨੇ ਖਾਸ ਕਰਕੇ, ਤੁਸੀਂ ਵੀ ਕਾਲਜਾਂ ਵਿੱਚ ਪੜ੍ਹਦੇ ਹੋ ਜਾਂ ਕੋਈ IELTS ਕੋਚਿੰਗ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ ਜਾਂ ਕਿਤੇ ਵੀ ਨੌਕਰੀ ਕਰਨ ਲਈ ਇੱਧਰ ਉੱਧਰ ਕਹੀਂ ਗਏ ਹੋ, ਤੁਸੀਂ ਵੋਟਰ ਬਣੋ। ਵੋਟਰ ਬਣਨ ਤੋਂ ਤੁਹਾਡਾ ਇੰਪੋਰਟੈਂਸ ਬਹੁਤ ਵੱਧ ਜੂਗਾ। ਹਰੇਕ ਬੰਦਾ ਤੁਹਾਨੂੰ ਸਲਾਮ ਮਾਰੇਗਾ, ਕਿਉਂਕਿ ਤੁਹਾਡਾ ਡਿਗਨਿਟੀ ਵੀ ਉਹਨਾਂ ਦੇ ਨਾਲ ਹੈ, ਮਾਣ ਵੀ ਹੈ, ਪਾਵਰ ਵੀ ਹੈ। ਪਤਾ ਹੈ ਤੁਹਾਡੇ ਵੋਟ ਦੇ ਰਾਹੀਂ ਕਾਨੂੰਨ ਬਣਦਾ ਹੈ। ਇਸ ਦਾ ਮਤਲਬ ਹੈ ਤੁਸੀਂ ਕਾਨੂੰਨ ਬਣਾਉਣ ਵਾਸਤੇ ਇੱਕ ਬੰਦਾ ਨੂੰ ਤਿਆਰ ਕਰਨ ਜਾ ਰਹੇ। ਦੇਖੋ ਕਿੰਨਾ ਵੱਡਾ ਸ਼ਕਤੀ ਦੇ ਵਿੱਚ ਛੁਪੇ ਹੋਏ। ਡਾਕਟਰ ਸਾਹਿਬ, ਇੱਕ ਲੋਕਾਂ ਦੇ ਵਿੱਚ ਜਦੋਂ ਦੀਆਂ ਪਹਿਲਾਂ ਤਾਂ ਬੈਲਟ ਪੇਪਰ ਰਾਹੀਂ ਵੋਟਾਂ ਪੈਂਦੀਆਂ ਸੀ, ਪੇਟੀਆਂ ਦੇ ਵਿੱਚ ਬੰਦ ਹੁੰਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ। ਹੁਣ ਨਵੀਂ ਟੈਕਨੋਲੋਜੀ ਆ ਗਈ, ਦੁਨੀਆ ਬਦਲ ਰਹੀ ਆ। ਤੁਸੀਂ EVM ਦਾ ਜਿਹੜਾ ਰੁਝਾਨ ਚੱਲਿਆ, EVM ਰਾਹੀਂ ਵੋਟਾਂ ਪੈਂਦੀਆਂ ਜ਼ਿਆਦਾ, ਮਸ਼ੀਨ ਦੇ ਉੱਤੇ ਇੱਕ ਬਟਨ ਤੁਸੀਂ ਦੱਬ ਦੇਣਾ, ਪਰ ਉਹਦੀ ਭਰੋਸੇਯੋਗਤਾ ਦੇ ਉੱਤੇ ਬੜੇ ਸਵਾਲ। ਵਿਰੋਧੀ ਪਾਰਟੀਆਂ ਸੱਤਾ ਧਿਰ ਤੋਂ ਜਿਹੜੀ ਜਿੱਤ ਜਾਂਦੀ ਆ ਉਹ ਤਾਂ ਕੀ ਬੋਲਦੀ ਆ, ਜਿਹੜੀ ਹਾਰ ਜਾਂਦੀ ਆ ਉਹ ਪਾਰਟੀ ਜ਼ਰੂਰ ਬੋਲਦੀ ਆ ਕਿ EVM ਮਸ਼ੀਨਾਂ ਜੀ ਕੈਪਚਰ ਕਰ ਲਈਆਂ, EVM ਮਸ਼ੀਨਾਂ ਇਹ ਹੋ ਗਿਆ ਉਹ ਹੋ ਗਿਆ। ਇਹਦੇ ਨਾਲ ਲੋਕਾਂ ਦੇ ਵਿੱਚ ਬੜਾ ਭੁਲੇਖਾ ਜਿਹਾ ਪੈ ਜਾਂਦਾ ਹੈ। ਲੋਕ ਕਹਿੰਦੇ ਵੀ ਸ਼ਾਇਦ ਬਟਨ ਨਾਲ ਹੀ ਸਰਕਾਰਾਂ ਆਪਦੇ ਹਿਸਾਬ ਨਾਲ ਵੋਟਾਂ ਪਵਾ ਲੈਂਦੀਆਂ। ਜਿਹੜੇ ਵਿਚਾਰੇ ਪਿੰਡਾਂ ਦੇ ਲੋਕ ਨੇ ਖਾਸ ਕਰਕੇ ਜਾਂ ਦੂਜੇ ਨੇ, ਵੀ EVM ਮਸ਼ੀਨਾਂ ਰਾਹੀਂ ਜਿਹਦੀ ਮਰਜ਼ੀ ਸਰਕਾਰ ਬਣਾ ਲਓ, ਜਿਹਦੇ ਮਰਜ਼ੀ ਵੋਟਾਂ ਦੱਬ ਲਓ। ਇਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਇਹ ਚੱਲਿਆ।
ਈਵੀਐਮ ਦੀ ਭਰੋਸੇਯੋਗਤਾ ਚੈੱਕ ਕਰਨ ਲਈ ਤੁਸੀਂ ਲੋਕਾਂ ਦਾ ਵਿਸ਼ਵਾਸ ਜਿੱਥੇ ਜਿੱਥੇ ਸਵਾਲ ਖੜੇ ਹੁੰਦੇ ਨੇ, ਵੀ ਉਹ ਮਸ਼ੀਨ ਜਦੋਂ ਵੋਟ ਪਾਉਣੀ, ਜਦੋਂ ਪੇਟੀ ਤਾਂ ਆਪਾਂ ਚੈੱਕ ਕਰ ਲੈਂਦੇ ਵੀ ਪੇਟੀ ਤਾਂ ਖਾਲੀ ਆ ਭਾਈ, ਮੁੱਦੀ ਕਰ ਦਿਆਂਗੇ, ਇਹਨੂੰ ਕਿਵੇਂ ਚੈੱਕ ਕਰਾਂਗੇ ਜੀ ਵੀ ਇਹਦੇ ਵਿੱਚ ਇਹਦਾ ਬਟਨ ਹੈ ਜਿਹੜਾ, ਮਤਲਬ ਇਹ ਭਰੋਸੇਯੋਗਤਾ ਕਿਸ ਤਰ੍ਹਾਂ ਤੁਸੀਂ ਸਮਝਦੇ ਹੋ? ਹਾਂ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ, ਕਿਉਂਕਿ ਇਹਦਾ ਤੇ ਅਖਬਾਰਾਂ ਦੇ ਵਿੱਚ ਪੋਲੀਟੀਸ਼ੀਅਨਸ ਕਈ ਸਾਰੇ ਪ੍ਰਸ਼ਨ ਚੱਕਦੇ ਹਨ। ਇਸ ਦਾ ਕਾਰਨ ਇਹ ਹੈ ਉਹ ਖੁਦ ਯੂਜ਼ ਕਰਕੇ ਦੇਖਣ ਦੇ ਵਿੱਚ ਮਾੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ। ਇਹਨਾਂ ਇਲੈਕਸ਼ਨਸ ਈਵੀਐਮ ਦੀ ਰਾਹੀਂ ਹੋ ਰਹੇ, ਰਿਜ਼ਲਟ ਵੱਖ-ਵੱਖ ਆਉਂਦੇ ਆ ਹਰ ਵਾਰ। ਪਿਛਲੀ ਵਾਰ ਹੋਰ ਕੋਈ ਜਿੱਤ ਗਿਆ, ਇਸ ਤੋਂ ਪਹਿਲਾਂ ਹੋਰ ਕੋਈ ਜਿੱਤ ਗਿਆ, ਔਰ ਹਮੇਸ਼ਾ ਜਿਹੜੇ ਵੀ ਜਿੱਤਦੇ ਹੈ ਉਹ ਇਹਨਾਂ ਦਾ ਕੋਈ ਨਾਰਮਲ ਗੱਲ ਹੈ। ਜੋ ਹਾਰਦੇ हैं वो ਜ਼ਰੂਰ ਇਸ ਪ੍ਰਸ਼ਨ ਚੱਕਦੇ ਹੈ। ਸੋ ਅੱਛੀ ਬਾਤ ਹੈ, ਡੈਮੋਕ੍ਰੇਸੀ ਦੇ ਵਿੱਚ ਕੁਐਰੀ ਕਰਨਾ ਬਹੁਤ ਇੰਪੋਰਟੈਂਟ ਹੈ, ਤੁਸੀਂ ਕੁਐਰੀ ਕਰਨਾ ਚਾਹੀਦਾ। ਔਰ ਮੈਂ ਇਸ ਸਟੇਟ ਦੀ ਇਲੈਕਸ਼ਨ ਦੇ ਇੰਚਾਰਜ ਹੈ, ਮੁੱਖ ਚੋਣ ਅਫਸਰ ਦੇ ਨਾਂ 'ਤੇ ਤੁਹਾਡਾ ਹਰ ਤਰੀਕਾ ਗੱਲਾਂ ਨੂੰ ਸਾਫ਼ ਸੁਥਰੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਜ਼ਿੰਮੇਵਾਰੀ ਮੇਰਾ ਹੈ। ਕੋਈ ਵੀ ਪ੍ਰਸ਼ਨ ਤੁਸੀਂ ਪੁੱਛ ਸਕਦੇ ਹੋ। ਈਵੀਐਮ ਦੇ ਬਾਰੇ ਮੈਂ ਤੁਹਾਨੂੰ ਹਲਕਾ ਇਨਫੋਰਮੇਸ਼ਨ ਦੇਣਾ ਚਾਹੁੰਦੇ ਹਾਂ। ਇਹ ਸਾਡਾ ਈਵੀਐਮ ਹੈ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਇਹਦੇ ਵਿੱਚ 3 ਯੂਨਿਟ ਨੇ। ਇੱਕ ਕੰਟਰੋਲ ਯੂਨਿਟ ਹੈ ਜਿੱਥੇ ਬੈਲਟ ਪੇਪਰ ਇਸ਼ੂ ਹੁੰਦਾ ਹੈ। ਜਿਹੜੇ ਸਾਡਾ ਪ੍ਰੈਸਾਈਡਿੰਗ ਅਫਸਰ, ਇੱਕ ਪ੍ਰਿੰਸੀਪਲ, ਇੱਕ ਨੌਕਰੀ ਕਰਦੇ ਪ੍ਰਿੰਸੀਪਲ ਸਾਹਿਬ, ਉਸ ਲੈਵਲ ਦੇ ਅਫਸਰ ਸਾਹਿਬਾਨ ਹੈ, ਉਹ ਬੈਲਟ ਪੇਪਰ ਇਸ਼ੂ ਕਰਦਾ ਹੈ ਜੀ ਕੰਟਰੋਲ ਯੂਨਿਟ ਦੀ ਰਾਹੀਂ। ਔਰ ਉਸ ਦੇ ਬਾਅਦ ਤੁਸੀਂ ਬੈਲਟ ਯੂਨਿਟ ਦੀ ਉੱਤੇ ਜਾ ਕੇ ਵੋਟ, ਜਿੱਥੇ ਤੁਹਾਡਾ ਮਰਜ਼ੀ ਦੀ ਕੈਂਡੀਡੇਟ ਦੇ ਸਾਹਮਣੇ ਜਿਹੜੇ ਵੀ ਬਟਨ ਹੈ ਉਸ ਨੂੰ ਦਬ ਕੇ ਵੋਟ ਪਾਉਂਦੇ ਹੋ। ਔਰ ਉਸ ਤੋਂ ਬਾਅਦ ਤੁਹਾਨੂੰ ਯਕੀਨ ਦੇਣ ਲਈ ਇੱਕ ਵੀਵੀਪੈਟ ਆ ਗਿਆ ਹੈ, ਤੁਸੀਂ वेरीफाई कर सकते हैं। वोटर वेरीफाइबल पेपर ऑडिट ट्रेल है ये, उसमें देख सकते हैं। एक वीवीपैट भी रखा हुआ है जो पिछली बार साडा पंजाब पार्लीमेंट इलैक्शन होया सी 2019 ਦੇ ਵਿੱਚ, ਤਾਂ 23,211 ਬੂਥਾਂ ਦੇ ਵਿੱਚ ਅਸੀਂ ਇਹ ਵੀਵੀਪੈਟ ਨੂੰ ਲਗਾਇਆ ਹੋਇਆ। ਜੋ ਉਸ ਦੇ ਕੀ ਹੁੰਦਾ ਹੈ, ਜਿਹੜੇ ਵੀ ਤੁਸੀਂ ਬਟਨ ਦਬਿਆ, ਉਸ ਤੋਂ ਬਾਅਦ ਜਿਹੜੇ ਵੀ ਤੁਹਾਡਾ ਕੈਂਡੀਡੇਟ ਹੈ ਉਹਨਾਂ ਦਾ ਸੀਰੀਅਲ ਨੰਬਰ ਔਰ ਉਸ ਦਾ ਸਿੰਬਲ, ਇਲੈਕਸ਼ਨ ਸਿੰਬਲ, ਉਹ ਤੁਹਾਡਾ ਫਿਰ ਵੀਵੀਪੈਟ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੀ। ਇੱਕ ਸਲਿੱਪ ਪ੍ਰਿੰਟ ਹੋ ਕੇ ਉਹ ਤੁਹਾਡਾ ਅੱਖਾਂ ਦੇ ਸਾਹਮਣੇ ਦਿਸਦੀ ਹੈ, ਉਸ ਵਿੰਡੋ ਦੇ ਵਿੱਚ 8 ਸੈਕਿੰਡ ਦੀ ਹੈ, ਤੁਸੀਂ ਦੇਖ ਸਕਦੇ ਹੋ। ਔਰ ਦੇਖਣ ਤੋਂ ਬਾਅਦ ਤਸੱਲੀ ਹੋ ਗਿਆ ਔਰ ਉਹ ਕੱਟ ਕੇ ਉਸੇ ਡੱਬੇ ਦੇ ਵਿੱਚ ਫਿਰ ਡਿੱਗ ਪੈ ਜਾਂਦੇ ਹੈ, ਕਲੈਕਸ਼ਨ ਹੋਈ ਜਾਂਦੇ ਉਹਦੇ ਵਿੱਚ। ਮੀਨਸ ਤੁਸੀਂ ਦੇਖ ਸਕਦੇ ਮੈਂ ਫਲਾਣਾ ਮੇਰਾ ਜਿਹੜੇ ਵੀ ਪਸੰਦੀਦਾ ਕੈਂਡੀਡੇਟ ਹੈ ਉਸਨੂੰ ਮੈਂ ਵੋਟ ਪਾਇਆ, ਉਹਨਾਂ ਦਾ ਸਿੰਬਲ ਇਹ ਹੈ। ਤੁਸੀਂ ਵੈਰੀਫਾਈ ਕਰ ਸਕਦੇ, ਦੇਖ ਸਕਦੇ, ਯਕੀਨ ਤੁਸੀਂ ਦੇਖ ਸਕਦੇ, ਠੀਕ ਹੈ ਮੇਰਾ ਆ ਗਿਆ। ਕਿਉਂਕਿ ਇੰਨਾ ਜ਼ਿਆਦਾ ਤੁਹਾਡਾ ਅੱਖਾਂ ਦੇ ਸਾਹਮਣੇ, ਜਿਵੇਂ ਬੈਲਟ ਪੇਪਰ ਦੇ ਵਿੱਚ ਤੁਸੀਂ ਆਪਣਾ ਮੋਹਰ ਲਗਾਏ ਜਾ ਰਹੇ, ਇਸੇ ਤਰੀਕੇ ਤੁਸੀਂ ਬਟਨ ਦਬਾਇਆ ਔਰ ਉਸ ਤੋਂ ਬਾਅਦ ਉਹ ਵੀਵੀਪੈਟ ਦੀ ਵਿੰਡੋ ਦੇ ਵਿੱਚ ਇੱਕ ਪੇਪਰ ਦੇ ਵਿੱਚ ਪ੍ਰਿੰਟ ਹੋ ਕੇ ਆਉਂਦੇ ਤੁਹਾਡੇ ਸਾਹਮਣੇ। ਔਰ ਉਸ ਤੋਂ ਬਾਅਦ ਲੋਕ ਆਈ ਜਾਂਦਾ, ਉਹਨਾਂ ਦਾ ਤਸੱਲੀ ਹੋ ਜਾਂਦਾ ਹੈ। ਔਰ ਇਹਦੇ ਵਿੱਚ ਟੈਕਨੀਕਲ ਚੀਜ਼ ਇਹ ਹੈ, ਇਹ ਈਵੀਐਮ ਹੈ, ਇਹਦੇ ਵਿੱਚ ਕੋਈ ਨਾ ਰਿਸੀਵਰ ਹੈ ਨਾ ਟਰਾਂਸਮਿਟਰ ਹੈ। ਇਹ ਕੋਈ ਨਾ ਰਿਸੀਵਰ ਹੁੰਦਾ ਹੈ ਇਹਦੇ, ਨਾ ਕੋਈ ਟਰਾਂਸਮਿਟਰ ਹੁੰਦਾ ਹੈ। ਈਵੀਐਮ ਨੂੰ ਨਾਰਮਲੀ ਕੀ ਸਮਝਦੇ हैं, ये कोई मोबाइल नुमा इंस्ट्रूमेंट समझते हैं, लेकिन बिल्कुल ही गलत धारणा है, ये गलत अंडरस्टैंडिंग है। ईवीएम है एक काउंटिंग कंप्यूटिंग वाली है, एक कैलकुलेटर नुमा चीज़ें हैं। ਇਹਦੇ ਵਿੱਚ सिर्फ काउंटिंग करने लिए है और ना इसमें डिलीट नहीं कर सकते हो। पूरा डिलीट करना तो एंटायर डेटा डिलीट करना पैंदा है, एक एक कला कला डिलीशन का ਇਹਦੇ ਵਿੱਚ नहीं है। ਇਹਦੇ ਵਿੱਚ प्लस ही ਹੁੰਦਾ है, प्लस वोट प्लस वोट प्लस वोट प्लस ਜਿਹੜੇ ਵੀ ਕੈਂਡੀਡੇਟ ਦੀ। ਔਰ ਇਹਦੇ ਵਿੱਚ ਜਿਹਦੇ ਵਿੱਚ ਚਿਪ ਲਗਾਇਆ ਜਾਂਦਾ ਹੈ, ਵਨ ਟਾਈਮ ਐਮਬੈਡਡ ਹੈ, ਇੱਕ ਜਿਹੜੇ ਵਿੱਚ ਐਮਬੈਡ ਕੀਤਾ ਜਾਂਦਾ ਹੈ, ਉਹਦੇ ਵਿੱਚ ਫੋਰਸਬਲੀ ਐਮਬੈਡਡ ਕੀਤੀ ਜਾਂਦੀ, ਉਸ ਨੂੰ ਕੋਈ ਟੱਚ ਵੀ ਨਹੀਂ ਕਰ ਸਕਦਾ। ਅਗਰ ਕੋਈ ਵੀ ਟੱਚ ਕਰਦਾ ਹੈ, ਐਰਰ ਦਿਖਾਇਆ ਜਾਂਦਾ ਮਸ਼ੀਨ। ਔਰ ਇਸ ਮਸ਼ੀਨ ਨੂੰ ਅਸੀਂ 5 ਲੈਵਲ ਆਫ ਸਿਕਿਉਰਿਟੀ ਵਿੱਚ ਰੱਖਦੇ ਹਾਂ। 5 ਲੈਵਲ ਸਿਕਿਉਰਿਟੀ, ਜਿੱਥੇ ਵੀ ਈਵੀਐਮ ਮਸ਼ੀਨ ਹੈ ਉਸ ਮਸ਼ੀਨ ਦਾ ਸੁਰੱਖਿਆ ਆਪਣਾ ਪੈਰਾਮਿਲਟਰੀ ਫੋਰਸਿਸ, ਜਿਹਦੇ ਵੀ ਇਲੈਕਸ਼ਨ ਨਹੀਂ ਹੈ, ਸਾਡਾ ਸਟੇਟ ਆਰਮਡ ਪੁਲਿਸ ਉਹ ਰੱਖਦਾ। ਇੱਕ ਸੈਕਸ਼ਨ ਪੁਲਿਸ ਹਮੇਸ਼ਾ ਉੱਤੇ ਰਹਿੰਦਾ ਹੈ ਔਰ ਇਸ ਦਾ ਜੋ ਤਾਲਾ ਚਾਬੀ ਹੈ ਉਸ ਨੂੰ ਪੋਲੀਟੀਸ਼ੀਅਨਸ ਦੀ ਦਸਤਖਤ, ਉਸ ਜ਼ਿਲ੍ਹੇ ਦੇ ਵਿੱਚ ਪੋਲੀਟੀਸ਼ੀਅਨਸ ਹੁੰਦਾ ਹੈ, ਉਹਨਾਂ ਦੀ ਦਸਤਖਤ, ਉਹਨਾਂ ਦਾ ਉੱਥੇ ਦਸਤਖਤ ਹੁੰਦਾ ਹੈ,
उसके बिना वो खोल भी नहीं सकता। वो डबल लॉक ਦੇ ਵਿੱਚ ਰਹਿੰਦਾ ਹੈ। ਇੱਕ ਡੀਸੀ ਸਾਹਿਬਾਨ ਉਹਨਾਂ ਦਾ ਇੱਕ ਨੁਮਾਇੰਦਾ ਰਹਿੰਦਾ ਹੈ, ਡਬਲ ਲॉक ਵਿੱਚ ਰਹਿੰਦਾ ਹੈ ਔਰ ਹਮੇਸ਼ਾ 24 ਆਵਰਸ ਸੀਸੀਟੀਵੀ ਕਵਰੇਜ ਰਹਿੰਦਾ। ਜੀ ਡਾਕਟਰ ਸਾਹਿਬ ਇਹ ਦੇ ਬਾਰੇ ਤੁਸੀਂ ਈਵੀਐਮ ਦੇ ਬਾਰੇ ਚਾਨਣਾ ਪਾਇਆ ਬੜੇ ਸੋਹਣੇ ਤਰੀਕੇ ਦੇ ਨਾਲ। ਇੱਕ ਜਿਹੜਾ ਜਿਹੇ ਦੇ ਕੈਂਡੀਡੇਟ ਨੇ ਕ੍ਰਿਮੀਨਲਸ ਵੀ ਚੋਣਾਂ ਲੜਦੇ ਨੇ, ਕਈਆਂ ਦੇ ਉੱਤੇ ਮੁਕੱਦਮੇ ਵੀ ਦਰਜ ਹੁੰਦੇ ਨੇ, ਕਈ ਬੜੇ ਤਰ੍ਹਾਂ ਦੇ ਉਹਨਾਂ ਦੇ ਕਿਰਦਾਰ ਹੁੰਦੇ ਆ। ਚੋਣ ਕਮਿਸ਼ਨ ਨੇ ਕਦੇ ਇਹ ਇਸ ਤਰ੍ਹਾਂ ਦੇ ਇਹ ਪੈਰਾਮੀਟਰਸ ਨਹੀਂ ਤੈਅ ਕੀਤੇ ਕੈਂਡੀਡੇਟਸ ਲਈ, ਜਾਂ ਕੀਤੇ ਨੇ ਵੀ ਕਿਹੜੇ ਚੋਣ ਲੜ ਸਕਦੇ ਆ ਕਿਹੜੇ ਨਹੀਂ ਲੜ ਸਕਦੇ? ਸਾਫ ਸੁਥਰੇ ਉਮੀਦਵਾਰ ਚੋਣਾਂ ਦੇ ਵਿੱਚ ਆਉਣ, ਇਹਦੇ ਲਈ ਦੇਖੋ ਜਿਵੇਂ ਹਰ ਇੱਕ ਦੇ ਲਈ ਕਟੀਰੀਆ ਬਣਿਆ ਜਾਂਦਾ ਹੈ ਨਾ ਜੀ, ਕਿਉਂ ਨਾ ਫਿਰ ਇਹ ਲੀਡਰਾਂ ਦੇ ਲਈ ਵੀ ਜਦੋਂ ਆਉਣ ਤੇ ਕਟੀਰੀਆ ਬਣ ਤੇ ਆਟੋਮੈਟਿਕ ਉਹ ਛਾਨਣੀ ਦੇ ਵਿੱਚ ਛਣ ਜਾਣ ਵੀ ਦੇਖੋ ਜੀ ਕੋਈ ਦਾਗੀ ਨਹੀਂ ਹੋਣਾ ਚਾਹੀਦਾ, ਕਿਸੇ ਤੇ ਪਰਚਾ ਦਰਜ ਨਾ ਹੋਵੇ। ਕਈਆਂ ਦੇ ਐਡੇ ਕਰੋੜਾਂ ਦੇ ਕਪੜੇ ਵੀ ਹੁੰਦੇ ਨੇ ਤੇ ਉਹ ਵੀ ਚੋਣਾਂ ਲੜਦੇ ਨੇ। ਦੂਜਾ ਕ੍ਰਿਮੀਨਲ ਹੁੰਦੇ, ਤੀਜਾ ਇਹ ਪੈਸੇ ਦੀ ਤਾਕਤ ਨਾਲ, ਪੈਸੇ ਦੀ ਵਰਤੋਂ ਬਹੁਤ ਹੁੰਦੀ ਹੈ ਚੋਣਾਂ ਦੇ ਵਿੱਚ ਤੇ ਵੋਟਰਾਂ ਨੂੰ ਭਰਮਾਉਣ ਦੇ ਲਈ ਗਲਤ ਹੱਥ ਖੰਡੇ ਪਣਾਉਂਦੇ ਨੇ। ਤੁਹਾਡੀ ਤਾਂ ਵੀ ਤਿੱਖੀ ਨਜ਼ਰ ਹੁੰਦੀ ਆ ਉਹਨਾਂ ਦੇ ਉੱਤੇ, ਤੁਸੀਂ ਵੀ ਐਕਸ਼ਨ ਲੈਂਦੇ ਹੋ, ਇਹਦੇ ਬਾਰੇ थोड़ा जिहा संक्षेप दे विच जानना। क्योंकि ये क्रिमिनल रिकॉर्ड्स के बारे में, क्रिमिनल एंटीसीडेंट्स के बारे में सुप्रमाणयोग सुप्रीम कोर्ट वालों बहुत वड्डा आर्डर दिता ने जी पिछले कुछ समय तो पहले। उस दी मुताबिक हुण इलैक्शन कमीशन ने नॉमिनेशन पेपर दे विच एक स्पैशल एक प्रोफार्मा बनाया हुआ है, फार्म नंबर 26 है। ਉਹਦੇ ਵਿੱਚ ਕੈਂਡੀਡੇਟ, ਹਰ ਇੱਕ ਕੈਂਡੀਡੇਟ ਉਹਨਾਂ ਦੇ ਉੱਤੇ ਕਿੰਨੇ ਕੇਸਿਸ ਹੈ, ਕ੍ਰਿਮੀਨਲ ਕੇਸਿਸ ਜਿੰਨਾ ਵੀ ਹੈ ਉਹਨਾਂ ਦਾ ਵੇਰਵਾ ਦੇਣਾ ਪੈਂਦਾ ਹੈ ਜੀ। ਇਸ ਤੋਂ ਪਹਿਲੇ ਨਹੀਂ ਸੀ ਇਹ ਪਿਛਲੀ ਵਾਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਲਾਗੂ ਹੋਇਆ ਹੈ। ਉਸ ਨਾਟ ਓਨਲੀ ਉਹਦੇ ਵਿੱਚ ਲਿਖਣਾ ਫਿਰ ਇਸ ਉਹਨਾਂ ਦਾ ਕ੍ਰਿਮੀਨਲ ਚਾਰजेस ਜਿਹੜੇ ਵੀ ਹੈ ਉਸਨੂੰ ਲੋਕਾਂ ਤੱਕ ਜਾਣਕਾਰੀ ਦੇਣ ਲਈ ਉਹ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਦਾ ਰਾਹੀਂ 3 ਬਾਰ ਉਹ ਅਖਬਾਰ ਦੇ ਵਿੱਚ ਦੇਣਾ ਲਾਜ਼ਮੀ ਹੈ, ਜ਼ਰੂਰੀ ਹੈ। ਇਹ ਇੱਕ ਜ਼ਰੂਰੀ ਹੈ, ਮੈਂ ਦੁਬਾਰਾ ਕਹਿਣਾ ਚਾਹੁੰਦਾ, ਅਖਬਾਰ ਦੇ ਵਿੱਚ ਦੇਣਾ ਪਊਗਾ, ਅਖਬਾਰ ਔਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਮੇਰੇ ਤੇ ਇੰਨੇ ਪਰਚੇ ਮੇਰੇ ਤਾਂ ਉੱਥੇ ਇੰਨਾ ਕੇਸਿਸ ਨੇ, ਇਹ ਉਹ ਚੱਲ ਰਹੇ ਨੇ, ਨਹੀਂ ਤਾਂ ਮੈਂ ਕਨਵਿਕਟ ਹੋ ਗਿਆ ਹਾਂ, ਨਹੀਂ ਤਾਂ ਕੋਰਟ ਦੇ ਵਿੱਚ ਚੱਲ ਰਹੇ ਹੈ। ਇਹ ਧਾਰਾਵਾ ਜਿੰਨਾ ਵੀ ਹੈ ਬਹੁਤ ਲੰਬਾ, ਬਹੁਤ ਬਰੀਕੀ ਦੇ ਨਾਲ ਇਹ ਫਾਰਮ ਇਲੈਕਸ਼ਨ ਕਮਿਸ਼ਨ ਵੱਲੋਂ बनाई हुई है। इस बार पिछली बार भी होया है, इस बार असी फिर पूरा जानकारी लेवेंगे और लोग भी जानकारी लेंदे हैं। बहुत इंटरेस्टिंग गल है, जिवें नॉमिनेशन शुरू हो जाता है साढ़े दफ्तर दे विच घट्टो घट्ट हर दिन 150 से 200 लोग इस जानकारी लेने वास्ते आउंदे हैं। साडा हल्के दी ਜਿਹੜੇ ਵੀ ਕੈਂਡੀਡੇਟਸ ਨੇ ਉੱਥੇ ਕਿੰਨਾ ਕੇਸਿਸ ਨੇ, ਕਿੰਨਾ ਦੇ ਕੇਸ ਨੇ, ਇਹ ਸਿਰਫ ਜਾਣਕਾਰੀ ਲੈਣ ਵਾਸਤੇ ਆਉਂਦੇ। ਪਿਛਲੀ ਵਾਰ ਮੈਨੂੰ ਕਾਫੀ ਚੰਗਾ ਲੱਗਾ ਕਿਉਂਕਿ ਲੋਕ ਇੰਨਾ ਇੰਪੋਰਟੈਂਸ ਦਿੰਦੇ ਉਹਨਾਂ ਦਾ ਕੈਂਡੀਡੇਟ ਦੀ ਸਾਫ ਸੁਥਰਾ ਹੋਣ ਦੀ, ਹਾਂ ਬਹੁਤ ਚੈੱਕ ਕਰਦੇ ਹਨ। ਔਰ ਇਸ ਫਾਰਮ 26 ਦੇ ਵਿੱਚ ਹੋਰ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਬੈਂਕ ਦੀ ਉਹਨਾਂ ਦਾ ਡਿਟੇਲ ਜੀ ਔਰ ਉਹਨਾਂ ਦਾ ਕਰਜ਼ਾ ਜੀ, ਇਹ ਕੋਈ ਡਿਊਸ ਹੈ, ये सारी चीज़ भी ਉਹਦੇ ਵਿੱਚ देना है। हर ਕਿਹੜੇ कंपनी ਦੇ ਵਿੱਚ डायरेक्टर ने ये है वो सारी प्रॉपर्टी ਦਾ डिटेल भी देना पैंदा है जी, क्योंकि ये बहुत इस बार इंपॉर्टेंट चीज़ें हैं। और पॉलिटिकल पार्टी भी ਉਹਨਾਂ ਦਾ ਵੈਬਸਾਈਟ ਦੇ ਵਿੱਚ ਪਾਣਾ ਹੈ, ਉਹਨਾਂ ਦਾ ਜਿੰਨਾ ਵੀ ਕੈਂਡੀਡੇਟਸ ਨੂੰ ਸੈਟਅਪ ਕੀਤਾ ਗਿਆ ਹੈ ਉਹਨਾਂ ਦਾ ਡਿਟੇਲ ਪੂਰਾ ਉਹ ਵੀ ਅਖਬਾਰਾਂ ਦੇ ਵਿੱਚ ਦੇਣਾ ਹੈ ਜੀ। ਉਹੀ ਉਮੀਦਵਾਰ ਤੌਰ ਤੇ ਲੜ ਸਕਣਗੇ। ਡਾਕਟਰ ਸਾਹਿਬ ਜਿਵੇਂ ਇਹ ਵੀ ਰਿਹਾ, ਦੂਜਾ ਤੁਹਾਡੇ ਲਈ ਬੜਾ ਚੈਲੰਜੇਬਲ ਇਹ ਵੀ ਹੁੰਦਾ ਕਿ ਸਿਕਿਉਰਿਟੀ ਦਾ ਪ੍ਰਬੰਧ ਕਰਨਾ, ਕਿਉਂਕਿ ਪੰਜਾਬ ਦੇ ਇਸ ਵਾਰੀ 2022 ਦੀਆਂ ਚੋਣਾਂ ਦੀ ਜੇ ਆਪਾਂ ਗੱਲ ਕਰੀਏ, ਹੁਣ ਤੋਂ ਹੀ ਸਰਗਰਮੀਆਂ ਸ਼ੁਰੂ ਨੇ, ਸਾਰੀ ਪਾਰਟੀਆਂ ਨੇ ਪਹਿਲਾਂ ਹੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ। ਹੁਣ ਇਸ ਵਾਰੀ ਤੁਸੀਂ ਅਮਨ ਤੇ ਸ਼ਾਂਤੀ ਨਾਲ ਚੋਣਾਂ ਕਿਵੇਂ ਕਰਵਾਓਗੇ? ਇਹਦੇ ਕਿਵੇਂ ਇਸ ਵਾਰੀ ਹਿੰਸਾ ਦੀਆਂ ਘਟਨਾਵਾਂ ਨਾ ਵਾਪਰਨ, ਕਿਉਂਕਿ ਪਾਰਟੀਆਂ ਬੜੀਆਂ ਹੋ ਗਈਆਂ ਹੁਣ। ਪਹਿਲਾਂ ਤਾਂ ਚਲੋ 1-2 ਤੱਕ ਪਾਰਟੀਆਂ ਹੁੰਦੀਆਂ ਸੀ, ਹੁਣ ਤਾਂ ਪਾਰਟੀਆਂ ਦੀ ਗਿਣਤੀ ਭਾੜੀ ਹੈ ਤੇ ਅੱਗੇ ਨਾਲੋਂ ਕੀ ਜਿਹੜੇ ਗੁੰਡਾ ਤੰਤਰ ਵੀ ਬਾਹਰੋਂ ਆ ਕੇ ਕਿਤੇ ਨਾ ਕਿਤੇ ਪ੍ਰਭਾਵ ਕਰਦਾ ਹੈ ਤੇ ਚੋਣਾਂ ਹਿੰਸਕ ਰੂਪ ਧਾਰ ਜਾਂਦੀਆਂ ਨੇ ਜ਼ਿਆਦਾਤਰ। ਤੁਹਾਡੇ ਲਈ ਬੜੀ ਚੁਣੌਤੀ ਹੁੰਦੀ ਹੈ ਹਰ ਵਾਰੀ, ਤੇ ਇਸ ਤਰ੍ਹਾਂ ਤੁਸੀਂ ਇਹਦੇ ਲਈ ਕੀ ਪ੍ਰਬੰਧ ਕੀਤੇ ਨੇ ਕਿ ਇਸ ਵਾਰੀ ਪੰਜਾਬ ਦਾ ਵੋਟਰ ਬੇਖੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ ਤੇ ਕੋਈ ਵੀ ਉਹਨੂੰ ਡਰ ਜਾਂ ਭੈ ਨਾ ਹੋਵੇ? ਇਲੈਕਸ਼ਨ ਦੀ 4-5 ਫੰਡਾਮੈਂਟਲਸ ਨੇ। इलेक्शन साफ सुथरा और पीसफुल और न्यूट्रल होवे
ਔਰ ਸਾਰਿਆਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਹੈ, ਸਾਰਿਆਂ ਨੂੰ ਉਹੀ ਪੱਧਰ 'ਤੇ ਰਹਿਣਾ ਹੈ। ਇਹ ਨਹੀਂ ਵੱਡਾ ਲੀਡਰ ਹੈ ਤਾਂ ਉਹਨਾਂ ਨੂੰ ਕੋਈ ਹੈ ਔਰ ਛੋਟਾ ਇੰਡੀਪੈਂਡੈਂਟ ਹੈ ਉਹਨਾਂ ਨੂੰ ਵੱਖਰੀ, ਨਹੀਂ, ਦੋਨੋਂ ਸਾਡੇ ਵਾਸਤੇ ਬਰਾਬਰ ਨੇ। ਇਸ ਨੂੰ ਅਸੀਂ ਕਹਿੰਦੇ ਲੈਵਲ ਪਲੇਇੰਗ ਫੀਲਡ। ਔਰ ਤੀਸਰਾ ਸਿਕਿਉਰਿਟੀ ਵਾਸਤੇ ਤੁਸੀਂ ਜਿਵੇਂ ਕਹਿ ਰਹੇ ਹੈ, ਇਸ ਵਾਰ ਕੋਵਿਡ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਸੇਫ ਇਲੈਕਸ਼ਨ ਵੀ ਹੋਣਾ ਜ਼ਰੂਰੀ ਹੈ, ਕਿਉਂਕਿ ਕੋਵਿਡ ਦੀ 3rd ਵੇਵ ਦੀ ਸੁਗਬੁਗਾਹਟ ਹੈ, ਗੱਲਬਾਤ ਚੱਲਦੀ ਰਹਿੰਦੀ ਹੈ। ਸਾਡਾ ਡਿਪਾਰਟਮੈਂਟ ਸਿਹਤ ਮਹਿਕਮਾ ਦੀ ਨਾਲ ਤਾਲਮੇਲ ਕਰਦੇ ਹੋਏ ਪੂਰਾ ਤਿਆਰੀਆਂ ਕਰਦੀ ਹੈ। ਔਰ ਸਾਡਾ ਸਟੇਟ ਦੀ ਚੀਫ ਸੈਕਟਰੀ ਸਾਹਿਬ ਨਾਲ ਆਲਰੇਡੀ ਇੱਕ मीटिंग भी मैंने उन्होंने रिक्वेस्ट किया, चीफ सेक्रेटरी साहबान उन्होंने मीटिंग भी लिया है, पूरा तैयारियां जोरों पर हैं। और सिक्योरिटी के हिसाब से आम अगर फोर्सेस सानू चाहिए, पिछली बार सानू 500 ते उत्ते कंपनीज दा फोर्स मिल गया है। इस बार देखते हैं, मैंने अगर लोड ज़्यादा है ज़रूर मैं इलैक्शन कमीशन नू बेनती करांगा। मैनू पूरा यकीन है जिन्ना भी असी फोर्स मंगते हैं पूरा फोर्स इत्थे मिलना ही है। और बहुत ही इंपॉर्टेंट गल ये है, पंजाब दे विच सरगर्मी हुंदा है, इलैक्शन पीसफुल हुंदा है। बहुत ही इंटरेस्टिंग नाल इंटरेस्ट दे नाल लड़दे हैं इत्थे चोण, क्योंकि मुझे इस चोण करने दी तजुर्बा बहुत है, क्योंकि एज ए DC कई सारे चोण करवाइया है और उसके बाद मुख्य चोण अफसर पूरा चोण दी जिम्मेदारी साडा ही उत्ते है और बाई इलैक्शंस हुंदा है। ये बहुत इंटरेस्टिंग बातें हैं, सरगर्मी बहुत है, ऐसा लगता है करंट पूरा है, लगता है कुछ होगा, कुछ नहीं हुंदा। अब वोट पाने वास्ते लोग इतना ज़्यादा इंटरेस्ट दिखाते हैं और उस वोट आने दिन बहुत पूरा पिंड ऐसा लगता है सब लोग उठ के आए जाते, घरों आए जाते, पर एकदम मेले वाले माहौल हुंदा है। इस बार असी डिग्नीफाइड वोट विद डिग्निटी ਡਾਕਟਰ ਸਾਹਿਬ ਅਸੀਂ ਕਰਵਾएंगे। ਡਾਕਟਰ ਸਾਹਿਬ ਇੱਕ ਇਹ ਵੀ ਹੈ, ਪੰਜਾਬ 'ਚ ਕਿੰਨੇ ਬੂਥ ਸੰਵੇਦਨਸ਼ੀਲ ਨੇ ਇਸ ਵਾਰੀ? ਕਿਉਂਕਿ ਦੇਖੋ ਡਾਂਗ ਸੁੱਟੀ ਤਾਂ ਚੱਲਦੀ ਹੋਈ ਆ ਕਿਤੇ ਨਾ ਕਿਤੇ, दारू ਪਿਆਲਾ ਵੀ ਚੱਲਦਾ, ਤੁਹਾਡੀ ਨਜ਼ਰ ਵੀ ਤਿੱਖੀ ਰਹਿੰਦੀ ਆ। गलबात जरूर चलता है। पिछली बार एक घटना मैं दसदा तुहानू, सवेरे वोटिंग शुरू होया, एक अमृतसर रूरल की घटना है, ये अमृतसर रूरल की घटना है। वहाँ कोई बंदा जोर से चिल्लाने लग गया, लेकिन 1950 मैं तुहानू कहा सी उस तो कॉल आ गई सी सर इतने बंदा चिल्ला रहा, विद इन 5 मिनट्स जिला दी कप्तान साहब उत्ते टीम भेजा है, बंदा ने चक्के लेके चल दिया। इस तरीका हुण सिस्टम हो गया है। साढ़े 90% ते उत्ते बूथां दी वैब कास्टिंग लगाया सी, उत्ते असीं देख सकते हैं, साडे दफ्तर विच बैठ के देख सकते हैं। मतलब सारे बूथां ते तुसीं कैमरा, सारे बूथ कैमरा रहेगा। जी। इस पिछली बार असीं अंदर भी लगे, इस बार बाहर भी लगाने दी मेरा प्लानिंग है, ताकि कोई भी इस नज़र तो बाहर नहीं जा सकते हैं। अगर जोर से भी बोला, मतलब कोई भी बूथ है संवेदनशील है चाहे नहीं है, वीडियोग्राफी प्रॉपर कंप्लीट वीडियोग्राफी होगा और वेबकास्टिंग होगा, लाइव वेखेंगे। तुसी तुहानू मैं वेलकम करदा, कोई भी NRI भी देख सकते हैं, साडा मैं लिंक भी देवांगा तुहानू, जिथे भी बूथ तुहाडा पिंड है उसनू तुसी वॉच कर, मेरे नाल तुसी मेरा पार्टनर बन जाओ और असी इलैक्शन करांगे। असी कोई चक्कर नहीं है, सब लोग मिल के करना है। CEO अकेले नहीं करते काम, पूरा साढ़े 2 करोड़ ਤੇ ਪ੍ਰਾਈਮ ਏਸ਼ੀਆ ਵੀ ਤੁਹਾਨੂੰ ਨਾਲ ਤੁਹਾਡਾ ਸਹਿਯੋਗ ਕਰੂਗਾ ਜੀ ਇਹਦੇ ਵਿੱਚ। ਬਹੁਤ ਬਹੁਤ ਧੰਨਵਾਦ ਸਾਹਿਬ। ਹਾਂਜੀ, ਅਸੀਂ ਮਤਲਬ ਤੁਹਾਡਾ ਕਹਿਣਾ ਕਿ ਘਰ ਬੈਠੇ ਤੁਸੀਂ ਆਪਣੇ ਪਿੰਡ ਦੀ VOTING ਦੇਖ ਸਕਦੇ ਹੋ, ਆਪਣੇ ਬੂਥ ਦੀ VOTING ਘਰ ਬੈਠੇ ਦੇਖ ਸਕੋਗੇ, ਤਾਂ ਕਿ ਕੌਣ ਵੋਟ ਪਾ ਗਿਆ, ਕੌਣ ਰਹਿ ਗਿਆ, ਜਾ ਰਿਹਾ ਹੈ, ਲੇਕਿਨ ਉੱਥੇ ਨਹੀਂ ਦੇਖਿਆ ਕੌਣ ਕਿੱਥੇ ਕਿਹਨੂੰ ਪਾ ਰਿਹਾ, ਉਹ ਨਹੀਂ ਦਿਖਾ ਰਿਹਾ, ਜਾ ਰਹੇ ਦੇਖੋ, ਮੈਨੂੰ ਕੋਈ ਇਤਰਾਜ਼ ਨਹੀਂ ਜੀ ਜੀ। ਔਰ ਉੱਥੇ ਕਿੰਨਾ ਪੀਸਫੁਲ ਚੱਲ ਰਿਹਾ ਦੇਖਿਓ, ਵੇਖੋ, ਔਰ ਤੁਸੀਂ ਮੈਨੂੰ ਕਮੈਂਟ ਕਰੋ, ਕ੍ਰਿਟਿਸਾਈਜ਼ ਕਰੋ, ਤੁਹਾਡਾ ਮਰਜ਼ੀ ਹੈ, ਮੈਂ ਕ੍ਰਿਟਿਸਿਜ਼ਮ ਵਾਸਤੇ ਖੜਾ ਹਾਂ ਤੁਹਾਡੇ ਸਾਹਮਣੇ ਜੀ। ਬਹੁਤ ਤੁਹਾਡਾ ਇਹ ਚੰਗਾ ਕਦਮ ਹੈ ਜੀ, ਜਿਹਦੇ ਨਾਲ ਘਰ ਬੈਠੇ ਹੀ ਪੰਜਾਬ ਦੇ ਲੋਕ ਆਪਣੇ ਆਪਣੇ ਹਰ ਇੱਕ ਜ਼ਿਲ੍ਹੇ ਦੀ ਆਪਣੇ ਆਪਣੇ ਬੂਥਾਂ ਦੀ ਦੇਖ ਸਕਣਗੇ ਵੀ ਉਹਨਾਂ ਦਾ ਗਵਾਂਢੀ ਵੋਟ ਪਾਇਆ ਜਾਂ ਨਹੀਂ ਆਇਆ, ਇਹ ਵੀ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਤੂੰ ਪਾ ਕੇ ਨਹੀਂ ਆਇਆ ਜੇ ਭਾਈ ਪਾਇਆ। ਇਹ ਵੀ ਇੱਕ ਚੰਗਾ ਰਹੂਗਾ। ਇਸ ਦੇ ਇਲਾਵਾ ਜੀ ਜਿਹੜਾ ਤੁਸੀਂ ਜਿਸ ਤਰ੍ਹਾਂ ਦੇ ਪ੍ਰਬੰਧ ਕਰਦੇ ਹੋ, ਦਾਗੀ ਕਈ ਪੁਲਿਸ ਦੇ ਵਿੱਚ ਵੀ ਸਵਾਲ ਉੱਠਦੇ, ਪਰ ਸਿਵਲ ਤੇ ਪ੍ਰਸ਼ਾਸਨ ਦੇ ਕੁਝ ਇਹੋ ਜਿਹੇ ਅਫਸਰ ਹੁੰਦੇ ਆ ਜਿਹੜੇ ਪੋਲੀਟੀਸ਼ੀਅਨ ਜਾਂ ਸਰਕਾਰਾਂ ਮੌਕੇ ਦੀਆਂ ਆਪਣੇ ਫਿੱਟ ਕਰ ਲੈਂਦੇ ਨੇ, ਉਹਦੇ ਲਈ ਤੁਸੀਂ ਕੀ ਪ੍ਰਬੰਧ ਕੀਤੇ ਨੇ? ਕਿਸ ਤਰ੍ਹਾਂ ਦਾ ਕ੍ਰਾਈਟੇਰੀਆ ਰਹੂਗਾ ਕਿ ਜਿਹੜੇ ਅਜਿਹੇ ਕਿਸੇ ਪੋਲੀਟੀਸ਼ੀਅਨ ਦੇ ਪ੍ਰਭਾਵ ਹੇਠ ਕੋਈ ਵੀ
ਅਫਸਰ ਲੱਗਿਆ ਨਾ ਹੋਵੇ, ਚਾਹੇ ਉਹ ਪੁਲਿਸ ਪ੍ਰਸ਼ਾਸਨ 'ਚ ਹੈ ਜਾਂ ਸਿਵਲ ਪ੍ਰਸ਼ਾਸਨ 'ਚ ਹੈ, ਇਹ ਬਦਲੀਆਂ ਦਾ ਕਟੀਰੀਆ ਕਿਹੜੇ ਮਹੀਨੇ ਤੋਂ ਸ਼ੁਰੂ ਹੋ ਜਾਊਗਾ? ਹੁਣ ਬਦਲੀਆਂ ਦੀ ਸ਼ੁਰੂ ਹੋ ਗਿਆ ਹੈ ਜੀ ਹੁਣ ਇਲੈਕਸ਼ਨ ਕਮਿਸ਼ਨ ਦੀ ਇੱਕ ਕ੍ਰਾਈਟੇਰੀਆ ਹੈ ਜੀ ਕੋਈ ਵੀ ਕਰਮਚਾਰੀ ਜੀ ਆਪਣਾ ਖਾਸ ਕਰਕੇ ਵੱਡੇ ਵੱਡੇ ਲੋਕ ਆਪਣਾ ਹੋਮ ਜ਼ਿਲ੍ਹੇ ਦੇ ਵਿੱਚ ਨਹੀਂ ਰਹਿ ਸਕਦੇ ਔਰ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਕੇਸਿਸ ਨਹੀਂ ਰਹਿਣਾ। ਪਿਛਲੇ ਵਾਰ ਅਸੀਂ ਇਲੈਕਸ਼ਨ 2017 ਦੀ ਅਸੈਂਬਲੀ ਚੋਣ ਕਰਵਾਇਆ ਹੈ ਜੀ ਉਹ ਹੁਣ ਇਸ ਵਾਰ ਉੱਥੇ ਨਹੀਂ ਕਰੇਗਾ ਚੋਣ। ਰਿਸ਼ਤੇ ਅਲਾਵਾ ਜੀ ਉਹਨਾਂ ਦਾ ਕੋਈ ਰਿਸ਼ਤੇਦਾਰ ਚੋਣ ਲੜ ਰਿਹਾ ਹੈ ਜੀ ਉਹ ਪਹਿਲੇ ਇੱਕ ਡਿਕਲੇਰੇਸ਼ਨ ਦੇਣਾ ਪੈਂਦਾ ਹੈ ਜੀ ਅਫਸਰ ਸਾਹਿਬਾਨ ਇੱਕ ਡਿਕਲੇਰੇਸ਼ਨ ਦੇਣਾ ਪੈਂਦਾ ਹੈ ਜਿਸ ਡਿਕਲੇਰੇਸ਼ਨ ਦੇ ਵਿੱਚ ਇਹ ਜ਼ਰੂਰ ਕਹਿਣਾ ਹੈ ਮੇਰਾ ਉੱਥੇ ਇਸ ਤਰੀਕੇ का केस चल रहा है जी मेरा रिश्तेदार है उसने फिर उस तो कट देते हैं। बहुत बड़ा एक सख्त नियमावली है ਹੁਣ 1 ਤਾਰੀਖ ਤੋਂ ਫਿਰ ਲਾਗੂ ਹੋ ਗਿਆ ਹੈ। ਇਹ ਆਪਣੇ 1 ਨਵੰਬਰ ਤੋਂ ਤੁਸੀਂ ਸ਼ੁਰੂ ਕਰ 1 ਨਵੰਬਰ ਤੋਂ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਦਾ ਜਿਹੜਾ ਪ੍ਰੋਸੈਸ ਹੈ ਬਦਲੀਆਂ ਤੇ ਤਨਾਤੀਆਂ ਦਾ ਉਹ ਤੁਹਾਡੀ ਨਜ਼ਰ 'ਚ ਰਹੂਗਾ ਨਜ਼ਰ 'ਚ ਰਹੇਗਾ ਤੁਹਾਡੀ ਨਜ਼ਰ 'ਚ ਰਹੂਗਾ ਤੇ ਸਾਡਾ ਸਟੇਟ ਗਵਰਨਮੈਂਟ ਵੱਲੋਂ ਮੈਨੂੰ ਹਮੇਸ਼ਾ ਕੋਆਪਰੇਸ਼ਨ ਮਿਲਦਾ ਹੈ ਹਾਂ ਹਮੇਸ਼ਾ ਕਿਉਂਕਿ ਜਦੋਂ ਵੀ ਮੈਨੂੰ ਲੋੜ ਪਏ ਕਿਸੇ ਅਫਸਰ ਨੂੰ ਸ਼ਿਫਟ ਕਰਨ ਦੀ ਵਿਦਿਨ ਮੇਰੇ ਖਿਆਲ 'ਚ 5 ਮਿੰਟ ਹੈ 5 ਮਿੰਟ 5 ਮਿੰਟ 'ਚ ਉਹਨਾਂ ਨੂੰ ਅਸੀਂ ਬਦਲ ਦਿੱਤਾ ਹੈ। ਅਗਰ ਐਸਾ ਲਗਾ ਡੈਮੋਕ੍ਰੇਸੀ ਦੀ ਵਾਸਤੇ ਨਿਊਟਰਲਿਟੀ ਦੀ ਵਾਸਤੇ ਇੱਕ ਫੀਲਿੰਗ ਹੈ ਤੁਹਾਨੂੰ ਇਹੋ ਜਿਹਾ ਲੱਗਾ ਹੈ 5 ਮਿੰਟ ਹੈ 5 ਮਿੰਟ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰੂਗਾ ਸਟੇਟ ਗਵਰਨਮੈਂਟ ਆਪਣਾ ਕੰਮ ਕਰੂਗਾ ਆਪਣਾ ਅਫਸਰ ਸਾਹਿਬਾਨ ਨੂੰ ਕੋਈ ਦੂਜਿਆਂ ਨੂੰ ਉੱਥੇ ਲਗਾਵਾਂਗੇ ਇਹਦੇ ਵਿੱਚ SSP ਵੀ ਹੋਗਾ ਜਾਂ DC ਵੀ ਹੋਗਾ ਕੋਈ SDM ਹੋਗਾ ਕੋਈ ਵੀ ਹੋਗਾ। ਇਲੈਕਸ਼ਨ ਦੇ ਸਾਹਮਣੇ ਸਭ ਲੋਕ ਛੋਟਾ ਹੈ ਇਲੈਕਸ਼ਨ ਵੋਟ ਦੇ ਸਾਹਮਣੇ ਸਭ ਛੋਟਾ ਹੈ क्योंकि वोट ਤੁਹਾਡਾ बहुत बड़ा एक कानूनी अधिकार है इस अधिकार ਦੇ ਸਾਹਮਣੇ ਅਸੀਂ ਬਾਕੀ ਸਭ ਚਲੇਗਾ ਇਸ ਅਧਿਕਾਰ ਨੂੰ ਕੋਈ ਆਂਚ ਨਹੀਂ ਆ ਸਕਦਾ। ਡਾਕਟਰ ਸਾਹਿਬ ਇੱਕ ਮੇਰਾ ਆਖਰੀ ਸਵਾਲ ਹੈ ਖਰਚਾ ਜਿਹੜਾ ਉਮੀਦਵਾਰ ਨੇ ਕਿੰਨਾ ਕਰਨਾ ਹੈ ਇਹਦੇ ਬਾਰੇ ਇਸ ਵਾਰੀ ਤੁਸੀਂ ਨਵਾਂ ਕਟੀਰੀਆ ਕੋਈ ਬਣਾਇਆ ਕਿੰਨਾ ਇੱਕ ਉਮੀਦਵਾਰ ਕਿੰਨਾ ਖਰਚਾ ਕਰ ਸਕਦਾ ਹੈ ਕਿਉਂਕਿ ਪੈਸੇ ਦੀ ਚੋਣਾਂ ਦੇ ਵਿੱਚ ਜਿਹੜਾ ਧਨ ਦੀ ਵਰਤੋਂ ਹੈ ਖਾਸ ਕਰਕੇ ਕਾਲਾ ਜਾਂ ਪੀਲਾ ਧਨ ਜਿਹੜਾ ਜਿਹਨੂੰ ਕਹਿ ਲਈਏ ਆਪਾਂ ਇਹਦੀ ਵੱਡੀ ਪੱਧਰ 'ਤੇ ਚੋਣਾਂ ਜਿੱਤਣ ਲਈ ਹਰ ਉਮੀਦਵਾਰ ਹਰ ਇੱਕ ਸੰਭਲੇ ਮਾਰਦਾ ਉਹ ਕਹਿੰਦੇ ਚੋਰ ਮੁਰੀਆਂ ਰਾਹੀਂ ਵੀ ਆਪਣੇ ਤਰੀਕੇ ਬਣਾਉਂਦਾ ਅਤੇ ਟੇਬਲ ਦੇ ਥੱਲੇ ਦੀ ਵੀ ਲੱਭ ਲੈਂਦਾ ਅਤੇ ਇਹ ਖਾਸ ਕਰਕੇ ਸ਼ਰਾਬ ਨਸ਼ਿਆਂ ਦੀ ਵਰਤੋਂ ਵੱਡੀ ਹੁੰਦੀ ਆ। ਇੱਕ ਤਾਂ ਖਰਚਾ ਕਿੰਨਾ ਰਹੂਗਾ ਇੱਕ ਉਮੀਦਵਾਰ ਕਰ ਸਕਦਾ ਦੂਜਾ ਇਹ ਨਸ਼ਿਆਂ ਨੂੰ ਰੋਕਣ ਦੇ ਲਈ ਤੁਸੀਂ ਕੀ ਪ੍ਰਬੰਧ ਕੀਤਾ ਹੈ? ਠੀਕ ਹੈ ਇੱਕ ਆਰੋਪ ਪ੍ਰਤੀ ਆਰੋਪ ਦੀ ਗੱਲ ਅਸੀਂ ਠੀਕ ਹੈ ਡਿਸਕਸ਼ਨ ਦੇ ਵਿੱਚ ਤੁਸੀਂ ਕਰ ਸਕਦੇ ਹੋ। ਇੱਕ ਲੀਗਲੀ ਮੈਂ ਤੁਹਾਨੂੰ ਪੂਰਾ ਕੰਡੀਸ਼ਨ ਦੱਸਣਾ ਚਾਹੁੰਦੇ ਹਾਂ ਇੱਕ ਕੈਂਡੀਡੇਟ MLA ਚੋਣ ਲੜਨ ਵਾਸਤੇ ਤੁਹਾਨੂੰ ਚਾਹੀਦਾ ਇਸ ਤੋਂ ਪਹਿਲੇ 28 ਲੱਖ ਸੀ ਆਪਣਾ ਕੋਵਿਡ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਖਰਚਾ ਮਾੜਾ ਜਿਹਾ ਵੱਧ ਗਿਆ ਹੈ 10% ਵਧਾ ਦਿੱਤਾ ਗਿਆ ਹੈ ਅਭੀ 30,80,000 ਦੀ ਹੈ ਮਤਲਬ ਇੱਕ ਉਮੀਦਵਾਰ 30,80,000 ਰੁਪਇਆ ਖਰਚ ਸਕਦਾ ਹੈ 30,80,000 ਖਰਚ ਕਰ ਸਕਦੇ ਹਾਂ 10% ਵਧਾ 28 ਲੱਖ ਸੀ ਇਸ ਤੋਂ ਪਹਿਲੇ ਉਸਨੂੰ 10% बढ़ा दिया गया है क्योंकि आज ਦੀ ਮਿਤੀ ਤੇ ਇਹ ਹੈ ਅਗਰ ਚੋਣ ਦੀ ਦੌਰਾਨ ਪਹਿਲੇ ਇਲੈਕਸ਼ਨ ਕਮਿਸ਼ਨ ਹੋਰ ਕੋਈ ਚੇਂਜ ਕਰ ਦੀ ਉਹ ਵੱਖਰੀ ਗੱਲ ਹੈ ਅੱਜ ਦੀ ਮਿਤੀ ਤੇ ਇਹ ਹੈ ਔਰ ਜਿਹੜੇ ਵੀ ਚੋਣ ਦੀ ਪਹਿਲੇ ਮੈਂ ਫਿਰ ਉਸ ਵੇਲੇ ਦੀ ਫਿਗਰ ਮੈਂ ਜ਼ਰੂਰ ਤੁਹਾਡੇ ਰਾਹੀਂ ਸਾਰੀ ਮੀਡੀਆ ਦੇ ਰਾਹੀਂ ਲੋਕਾਂ ਨੂੰ ਮੈਂ ਦੱਸਦਾ और MP इलेक्शन वास्ते 70 लाख है प्लस 10% क्योंकि ये कोविड ਨੂੰ ਮੁੱਖ ਰੱਖਦੇ ਹੋਏ ਔਰ ਇਹ ਗੱਲ ਹੋ ਗਿਆ ਉਹਨਾਂ ਦਾ ਅਮਾਉਂਟ ਦੇ ਬਾਰੇ ਵਿੱਚ ਜਿੰਨਾ ਖਰਚ ਕਰ ਸਕਦੇ। ਬਾਕੀ ਜਿਹੜੇ ਵੀ ਐਲੀਗੇਸ਼ਨਸ ਹੈ ਜਿਹੜੇ ਵੀ ਖਰਚ ਕਰ रहा है या कोई एक्सपेंडिचर कर रहा है और कोई इस तरीके इन्फ्लुएंसिंग चीज़ें कर रहा है ये सानू चाहिए कुछ एविडेंस चाहिए। इस करके इलेक्शन कमीशन ने एक C-Vigil ऐप करके नाम करके एक ऐप रिलीज़ किया है सिटीजन अपने आप में एक विजिलेंस डिपार्टमेंट के रूप अख्तियार कर सकते हैं एक विजिलेंस डिपार्टमेंट के रूप है एक साडा नागरिक विजिलेंस डिपार्टमेंट के रूप अख्तियार कर सकते हैं ही कैन डू दी विजिलेंस पार्ट 100 मिनट ਦੇ ਵਿੱਚ 100 ਮਿੰਟਾਂ ਦੇ ਵਿੱਚ DC ਸਾਹਿਬਾਨ ਫਿਰ ਤੁਹਾਨੂੰ ਜ਼ਰੂਰ ਆਨਸਰ ਦੇਗਾ ਆ ਕਾਰਵਾਈ ਹੋ ਚੁੱਕਾ ਹੈ ਜੀ ਤੁਸੀਂ ਜਿਹੜੇ ਵੀ ਸ਼ਿਕਾਇਤ ਕੀਤਾ ਹੈ ਇਹਦੇ ਵਿੱਚ ਸਹੀ ਹੈ ਤਾਂ ਕਾਰਵਾਈ ਹੋ ਗਿਆ ਨਹੀਂ ਹੈ ਤਾਂ ਫਿਰ ਤੁਹਾਨੂੰ ਧੰਨਵਾਦ ਦੇਵਾਂਗੇ ਸਿਰਫ ਐਟਲੀਸਟ ਸਾਨੂੰ ਕੁਝ ਇਨਫੋਰਮੇਸ਼ਨ ਹੈ ਤਾਂ ਦਿਆ ਹੈ ਲੇਕਿਨ ਚੋਣ ਦੇ ਵੇਲੇ ਗਲਤ ਜਾਣਕਾਰੀ ਜ਼ਰੂਰ ਮਤ ਦੇਣਾ ਕਿਉਂਕਿ ਸਾਡਾ ਮਹਿਕਮਾ ਪੂਰਾ ਕੰਮ ਦੇ ਵਿੱਚ ਲੱਗੇ ਰਹਿੰਦਾ ਹੈ ਸਹੀ ਜਾਣਕਾਰੀ ਦਿਓ 100 ਮਿੰਟ ਦੇਖੋ 100 ਮਿੰਟ ਦੇ ਵਿੱਚ ਕੰਮ ਹੋ ਜਾਣਾ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਣਾ ਤੁਹਾਡਾ ਕੰਮ ਹੋ ਗਿਆ
ਪਿਛਲੀ ਵਾਰ ਇਲੈਕਸ਼ਨ ਦੇ ਵਿੱਚ ਸੀ ਵਿਜਿਲ ਦੀ ਰਾਹੀਂ ਤੇ ਮੋਹਾਲੀ ਦੇ ਵਿੱਚ ਮੋਹਾਲੀ ਉੱਤੇ ਇੱਕ ਅਸਲਾ ਵੀ ਫੜਿਆ ਗਿਆ ਹੈ, ਜੀ ਇੱਕ ਗੱਡੀ ਦੇ ਵਿੱਚ 골ਡ ਰੱਖਿਆ ਹੋਇਆ ਹੈ, ਜੀ ਸੋਨਾ, ਜੀ ਉਸ ਨੂੰ ਵੀ ਫੜਿਆ ਗਿਆ ਹੈ ਸਿਰਫ ਇਹ ਸੀ ਵਿਜਿਲ ਰਾਹੀਂ। ਇੱਕ ਉੱਤੇ ਮੋਟਰਸਾਈਕਲ ਤੇ ਉੱਤੇ ਇੱਕ ਸਾਡਾ ਨਾਗਰਿਕ ਖੜੇ, ਉਹਨਾਂ ਨੂੰ ਡਾਊਟ ਲੱਗਾ, ਜੀ ਜੀ ਉਹ ਫੋਟੋ ਭੇਜਿਆ ਸੀ ਸਾਡੇ ਕੋਲ। ਜੀ ਮਤਲਬ ਲੋਕੀ ਤੁਹਾਡਾ ਕੰਮ ਆਪਣੇ ਆਪ ਹੀ ਕਰ हाँ, ਦਿੰਦੇ। एसएसपी साहब 5 मिनट्स है, एक नाका से लेकर दूसरी नाका चले गए, उन्होंने फड़ लिया गया है। एक नागरिक ने फिर एक फोटो भेजी ਸੀ ਉਹਦੇ ਵਿੱਚ। ਡਾਕਟਰ ਸਾਹਿਬ ਇਹ ਜਿਹੜਾ ਸੀ ਵਿਜੀਲੈਂਸ ਹੈ, ਹੁਣ ਨਸ਼ਿਆਂ ਦੇ ਉੱਤੇ ਗੱਲ ਆ ਜਾਂਦੀ ਹੈ। ਨਸ਼ਾ ਵੱਡੀ ਪੱਧਰ ਉੱਤੇ ਕੈਂਡੀਡੇਟ ਨੇ ਜਿਹੜੇ ਉਹ ਵਰਤਦੇ ਆ, ਨਸ਼ਿਆਂ ਤੇ ਕਿਵੇਂ ਤੁਸੀਂ ਨੱਥ ਪਾਉਣ ਦੀ, ਇਹ ਵੀ ਸੀ ਵਿਜੀਲੈਂਸ ਰਾਹੀਂ ਹੀ? एक सी विजिल भी है, एक ਸਾਡੇ ਕਾਫੀ ਸਾਰੇ ਟੀम्स लगे हुए ਨੇ, ਜੀ ਖਾਸ ਕਰਕੇ ਕੁਝ ਏਰੀਆ ਸੇ ਹੋ ਜਾਣੇ ਬੇਟ ਏਰੀਆਸ ਵਗੈਰਾ, ਜੀ ਇੱਕ ਕੱਚਾ ਦਾਰੂ ਬਣਾਉਂਦੇ ਰਹਿੰਦੇ ਹਨ, ਜੀ ਉਸ ਨੂੰ ਨੱਥ ਪਾਉਣ ਵਾਸਤੇ ਫੜਨ ਵਾਸਤੇ ਕਾਫੀ ਸੈਂਕੜੋਂ ਦੀ ਗਿਣਤੀ ਦੇ ਵਿੱਚ ਟੀम्स ਬਣਦਾ ਹੈ, ਇੱਕ ਸਕੁਐਡਸ ਬਣਦਾ ਹੈ, सैकड़ों रात भर घूमते रहते हैं। और हम लोग एक फुल HD कैमरा लगा के वैन्स तैयारी करके वैन्स इसी कंस्टिट्यूंसी विच घुमाउण दी प्लानिंग है, वो लगातार रात भर घूम के वेखिया जाएगा। उस फीड तुसी लाइव देख सकते हो, कितने मीटिंग चल रहे, किहड़े बंदा जा रहे, कोई गड्डियां जा रहे, हर चीज़ असी इस बार इस टेक्नोलॉजी वरतते हुए GPS उत्थे फिट करते हुए ये काम करेंगे। एक जीप ਦੇ ਉੱਤੇ ਕੰਪਲੀਟ ਇਸ ਤਰੀਕਾ ਕੈਮਰਾ ਲੱਗੇਗਾ ਔਰ ਉਸ ਦਾ ਫੀਡ ਸਾਡਾ CEO ਦਫ਼ਤਰ ਵਿੱਚ ਰਹੇਗਾ ਔਰ DEO ਦਫ਼ਤਰ ਵਿੱਚ ਰਹੇਗਾ। ਰਾਤ ਭਰ ਤੁਸੀਂ ਵੇਖ ਸਕਦੇ ਹੋ ਉਸ ਕੰਸਟੀਟਿਊਂਸੀ ਵਿੱਚ ਜਿਹੜੇ ਵੀ ਕਾਰਗੁਜ਼ਾਰੀ ਹੋ ਰਿਹਾ ਹੈ ਉਹ ਕੰਪਲੀਟ ਦੇਖ ਸਕਦੇ ਹੋ, ਵੀਡੀਓ ਕੰਪਲੀਟ ਲਾਈਵ ਦੇਖ ਸਕਦੇ हैं। और इस बार इस तरीका नॉर्मली पंजाब ਦੇ ਵਿੱਚ ਗੱਲਾਂ ਬਾतें ਹੁੰਦਾ ਹੈ, ਲੇਕਿਨ ਹਾਂ ਐਵੀਡੈਂਸ ਘੱਟ ਹੈ। ਮੈਂ ਪੂਰਾ ਤੁਹਾਡੇ ਨਾਲ ਹਾਂ, ਤੁਸੀਂ ਮੈਨੂੰ ਜਾਣਕਾਰੀ ਦਿਓ और साडा गाड़िया जिते भी जाता है तो एक हल्का सा, अगर तुसी अपना ना भी नहीं दसना चाहते हैं, गुमनाम में रहो, कोई चक्कर नहीं, इन्फॉर्मेशन दो, असी जरूर इलेक्शन एकदम साफ सुथरे, न्यूट्रल, सेफ, सिक्योर और माण ਦੇ ਨਾਲ ਤੁਸੀਂ ਵੋਟ ਪਾਉਣ ਦੀ ਪੂਰਾ ਇੰਤਜ਼ਾਮਾਤ ਅਸੀਂ ਕਰਾਂਗੇ। ਜੀ ਡਾਕਟਰ ਸਾਹਿਬ, ਤੁਸੀਂ ਕਾਫੀ ਸਵਾਲਾਂ ਦੇ ਜਵਾਬ ਦਿੱਤੇ, ਸਮਾਂ ਸਾਨੂੰ ਥੋੜਾ ਜਿਹਾ ਇਜਾਜ਼ਤ ਘੱਟ ਦਿੰਦਾ, ਅਗਲੀ ਇੰਟਰਵਿਊ 'ਚ ਵੀ ਹੋਰ ਵੀ ਅਸੀਂ ਤੁਹਾਨੂੰ ਸਮਾਂ ਦਿੰਦੇ, ਤਿਆਰੀਆਂ ਵਾਸਤੇ ਅਸੀਂ ਹੋਰ ਇੱਕ ਇੰਟਰਵਿਊ ਕਰਾਂਗੇ। ਪ੍ਰਾਈਮ ਏਸ਼ੀਆ ਨਾਲ ਮਿਲ ਕੇ ਇੱਕ ਨਿਰਪੱਖ ਚੋਣਾਂ ਕਰਾਉਣ ਦੇ ਵਿੱਚ ਆਪਾਂ ਸਾਰੇ ਰਲ ਕੇ ਭੂਮਿਕਾ ਨਿਭਾਵਾਂਗੇ। ਇੱਕ ਆਖਰੀ ਸਵਾਲ ਜਾਂਦੇ ਜਾਂਦੇ, ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਰਹਿੰਦਾ ਹੈ ਕਿ ਚੋਣਾਂ ਮਿੱਥੇ ਸਮੇਂ ਦੇ ਉੱਤੇ ਹੋਣਗੀਆਂ, ਨਿਰਧਾਰਿਤ ਸਮੇਂ ਦੇ ਉੱਤੇ ਹੋਣਗੀਆਂ, ਅੱਗੇ ਪਿੱਛੇ ਤਾਂ ਨਹੀਂ ਕੋਈ ਪੈਣ ਦੀ ਸੰਭਾਵਨਾ ਹੈਗੀ? ठीक है, ਤੁਸੀਂ इंटरेस्टिंग करने वास्ते क्वेश्चन ने तो किया है जी। साडा तैयारियां मुकम्मल जी, रिपीट करना, साडा तैयारियां मुकम्मल। साडे पंजाब दी विधान सभा दी मिति 27 मार्च ਨੂੰ खत्म होने वाला है। सो इस बीच इलेक्शन कमीशन दी गाइडलाइंस ਦੇ ਮੁਤਾਬਿਕ ਅਸੀਂ काम 100% तेज गति ਦੇ ਨਾਲ काम कर रहे। आज ਦੀ ਮਿਤੀ ਤੇ ਹਰੇਕ ਪਿੰਡ ਦੇ ਵਿੱਚ ਸਾਡਾ BLO ਸਾਹਿਬਾਨ ਤੁਹਾਡਾ ਬੂਥ ਦੀ ਡਿਟੇਲ ਅਪਲੋਡ ਕਰ ਰਹੇ। ਸਵੇਰੇ 4000 ਸੀ, ਹੁਣ ਮੈਂ ਸਟੂਡੀਓ ਆਉਣ ਤੋਂ ਪਹਿਲੇ ਵੇਖਿਆ ਸੀ 10500 ਹੋ ਗਿਆ। ਇਹ ਇੰਨਾ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਔਰ ਅਸੀਂ ਪੂਰਾ ਤਿਆਰ ਹੈ। EVMs ਹੈ, VVPATs है, वॉच करने वास्ते अपना फुल HD कैमरा वाली वैन लगाएंगे, लोगों ਨੂੰ जागरूक ਕਰਨ ਲਈ LED वैन्स लगाएंगे। हर तरीका 340 करोड़ ਦੀ बजट इस बार ਵਰਤਨ ਜਾ ਰਹੇ हैं। ਤੁਹਾਡੇ ਵਾਸਤੇ ਤੁਹਾਡੇ ਵਾਸਤੇ ਇੱਕ ਸਾਫ ਸੁਥਰਾ ਚੋਣ ਕਰਨੇ ਵਾਸਤੇ ਹੈ। ਹੁਣ ਤਿਆਰੀ ਦੇ ਬਾਰੇ में ਅਸੀਂ ਗੱਲ ਕਰ ਰਹੇ और अगले बार इसमें इलेक्शन ਦੇ ਨੇੜੇ और कुछ ਗੱਲਾਂ ਬਾतें ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਆਪਣੀ ਰਣਨੀਤੀ ਜਿਹੜੀ ਚੋਣ ਕਮਿਸ਼ਨ ਦੀ ਹੈ, ਕਿਸ ਤਰ੍ਹਾਂ ਨਿਰਪੱਖ ਚੋਣਾਂ ਕਰਾਉਣੀਆਂ ਨੇ ਅਤੇ ਪੰਜਾਬ ਦੇ ਲੋਕਾਂ ਨੂੰ ਵੋਟਾਂ ਦੀ ਤਾਕਤ ਬਾਰੇ ਦੱਸਿਆ, ਕਿਵੇਂ ਵੋਟ ਬਣਾਉਣ ਯੂਥ ਅੱਗੇ ਆਵੇ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਅਸੀਂ ਫਿਰ ਅਗਲੀ ਵਾਰੀ ਤੁਹਾਨੂੰ ਸੱਦਾ ਦਿੰਦੇ ਰਹਾਂਗੇ। ਤਾਂ ਇਹ ਸਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਕਰਨਾ ਰਾਜੂ ਜੀ, ਜਿਹੜੇ ਕਿ ਬਹੁਤ ਹੀ ਸੁਲਝੇ ਹੋਏ ਅਤੇ ਤਜਰਬੇਕਾਰ ਚੋਣ ਅਧਿਕਾਰੀ ਨੇ
ਤੇ ਪਿਛਲੀਆਂ ਜਿਹੜੀਆਂ 2019 ਦੀਆਂ ਚੋਣਾਂ ਪਾਰਲੀਮੈਂਟ ਦੀਆਂ ਸੀ ਉਹ ਵੀ ਇਹਨਾਂ ਦੀ ਦੇਖ ਰੇਖ ਹੇਠ ਹੋਈਆਂ ਸੀ ਤੇ ਇਸ ਵਾਰੀ 2022 ਦੀਆਂ ਚੋਣਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਹੈ। ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ, ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਤੇ ਆਪਣੀ ਵੋਟ ਬਣਾਉਣ ਤੇ ਵੋਟ ਦੀ ਵਰਤੋਂ ਕਰਨ, ਆਪਣੀ ਵੋਟ ਦੀ ਤਾਕਤ ਨੂੰ ਪਛਾਣਨ, ਕਿਉਂਕਿ ਵੋਟ ਹੀ ਇੱਕ ਅਜਿਹਾ ਹਥਿਆਰ ਹੈ ਜਿਹੜਾ ਕਾਨੂੰਨ ਬਣਾਉਂਦਾ। ਮਤਲਬ ਇਹ ਵੱਡੀ ਗੱਲ ਹੈ। ਤੇ ਜੇ ਅਸੀਂ ਆਪਣੇ ਵੋਟ ਦੀ ਵਰਤੋਂ ਕਰਾਂਗੇ ਤਾਂ ਅਸੀਂ ਆਪਣੇ ਦੇਸ਼ ਦੀ ਤਰੱਕੀ ਤੇ ਦੇਸ਼ ਦੇ ਵਿੱਚ ਇੱਕ ਚੰਗੀ ਸਰਕਾਰ ਚੁਣਨ ਦੇ ਵਿੱਚ ਅੱਗੇ ਆਵਾਂਗੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਵਾਰੀ 340 ਕਰੋੜ ਦੇ ਕਰੀਬ ਜਿਹੜਾ ਹੈਗਾ ਚੋਣਾਂ ਦੇ ਉੱਤੇ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਾਉਣ ਦੇ ਲਈ ਖਰਚੇਗਾ ਤੇ ਵੱਡੀ ਪੱਧਰ ਦੇ ਉੱਤੇ ਸੁਰੱਖਿਆ ਦੇ ਇੰਤਜ਼ਾਮ ਹੋਣਗੇ। ਚਿੜੀ ਨਹੀਂ ਫੜਕਣ ਦਿੱਤੀ ਜਾਏਗੀ। EVM ਦੇ ਉੱਤੇ ਵੀ ਉਹਨਾਂ ਕਿਹਾ ਵੀ ਕਿਸੇ ਨੂੰ ਕੋਈ ਵੀ ਸ਼ੰਕਾ ਹੈਗੀ ਆ ਤਾਂ ਉਹ ਕੱਢਣ ਲਈ ਤਿਆਰ ਨੇ, ਪਰੰਤੂ EVM ਮਸ਼ੀਨਾਂ ਉਹਨਾਂ ਕਿਹਾ ਕਿ ਸੁਰੱਖਿਅਤ ਨੇ, ਕਿਸੇ ਵੀ ਤਰ੍ਹਾਂ ਦੀ ਉਹਦੇ ਵਿੱਚ ਉਹਨਾਂ ਨੇ ਸਵਾਲ ਤੋਂ ਇਨਕਾਰ ਕੀਤਾ ਹੈ। ਤੇ ਉਹਨਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਸੂਬੇ ਦੇ ਵਿੱਚ ਚੋਣਾਂ ਜਿਹੜੀਆਂ ਮਿੱਥੇ ਸਮੇਂ ਦੇ ਉੱਤੇ ਹੋਣਗੀਆਂ, 2022 ਦੀਆਂ ਚੋਣਾਂ ਪੰਜਾਬ 'ਚ ਮਿੱਥੇ ਸਮੇਂ ਦੇ ਉੱਤੇ ਹੋਣਗੀਆਂ। ਤਿਆਰੀਆਂ ਲਗਭਗ ਪੂਰੀ ਸਪੀਡ ਦੇ ਉੱਤੇ ਚੱਲ ਰਹੀਆਂ ਨੇ। 1 ਨਵੰਬਰ ਤੋਂ ਸੂਬੇ ਦੇ ਵਿੱਚ ਬਦਲੀਆਂ ਦੀ ਚੋਣ ਪ੍ਰਕਿਰਿਆ ਵੀ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਜਾਣੀ ਹੈ। ਤੇ ਇਸ ਦੇ ਨਾਲ ਹੀ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਕੈਮਰਾਮੈਨ ਦੀਪਕ ਤੇ ਪਾਂਡੇ ਜੀ ਹੋਰਾਂ ਦੇ ਨਾਲ ਨਿਰਮਲ ਸਿੰਘ ਮਾਨਸ਼ੇਰ ਦੀ ਬਿਊਰੋ ਰਿਪੋਰਟ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ।